ਚੰਡੀਗੜ੍ਹ ਵੈਸੇ ਪ੍ਰਤਾਪ ਸਿੰਘ ਕੈਰੋਂ ਹੋਰਾਂ ਦੀ ਦੇਣ ਆ ਔਰ ਅੱਜ ਤੱਕ ਇੰਨੇ ਵਰੇ ਹੋ ਗਏ। ਤੁਸੀਂ ਦੇਖੋ ਚੰਡੀਗੜ੍ਹ ਵਰਗਾ ਕੋਈ ਹੋਰ ਸ਼ਹਿਰ ਨਹੀਂ ਵਸਾਇਆ ਜਾ ਸਕਿਆ। ਮੁੱਖ ਮੰਗਾਂ ਨੇ ਧਰਮ ਯੁੱਧ ਮੋਰਚੇ ਦੇ ਵਿੱਚ ਉਹਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਤੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਸ਼ਾਮਲ ਸੀ ਜੀ। ਜਦੋਂ ਸਮਝੌਤਾ ਹੁੰਦਾ ਉਹਦੇ ਵਿੱਚ ਵੀ 26 ਜਨਵਰੀ ਮਿੱਥੀ ਗਈ ਸੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਵਾਸਤੇ, ਜਦੋਂ ਕਿ ਸੈਂਟਰ ਦੀ ਸਰਕਾਰ ਫੇਰ ਭੱਜ ਗਈ। ਮੈਕਸਿਮਮ ਦਫ਼ਤਰ ਜਿਹੜੇ ਸਰਕਾਰੀ ਨੇ ਉਹ ਚੰਡੀਗੜ੍ਹੋਂ ਕੱਢ ਕੇ ਮੁਹਾਲੀ ਦੇ ਵਿੱਚ ਲਿਆਂਦੇ ਇਸੇ 10 ਸਾਲਾਂ ਦੇ ਰਾਜਕਾਲ ਨੇ। ਕੀ ਉਹਦੇ ਪਿੱਛੇ ਸਾਜ਼ਿਸ਼ ਸੀ ਨਹੀਂ ਪਤਾ। ਚੰਡੀਗੜ੍ਹ ਦੇ ਉੱਤੋਂ ਹੱਕ ਜਿਹੜਾ ਸੀਗਾ ਉਹ ਹੌਲੀ ਹੌਲੀ ਅਸੀਂ ਛੱਡਿਆ ਕਿ ਜੀ। ਇਹ ਗੱਲਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਔਰ ਇਹ ਗੱਲਾਂ ਜ਼ੋਰਦਾਰ ਤਰੀਕੇ ਦੇ ਨਾਲ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਇਹਨਾਂ ਪੋਲੀਟੀਸ਼ੀਅਨਾਂ ਨੇ ਕੀ ਸਮਝੌਤੇ ਕੀਤੇ ਪਿਛਲੇ ਸਮੇਂ ਦੇ ਦੌਰਾਨ। ਬਾਬੂ ਕਾਸ਼ੀ ਰਾਮ ਹੋਰਾਂ ਦੀ ਇਹ ਦੂਰ ਅੰਦੇਸ਼ੀ ਸੀ। ਉਹ ਇਹ ਗੱਲ ਕਹਿੰਦੇ ਸਨ, ਉਹ ਸੋਚਦੇ ਸਨ, ਇੰਪਲੀਮੈਂਟ ਕਰਦੇ ਸਨ ਕਿ ਜਿਹੜੇ ਲੋਕਾਂ ਨੂੰ ਦਬਾਇਆ ਜਾਂਦਾ, ਜਿਹੜੇ ਲੋਕਾਂ ਨੂੰ ਲਤਾੜਿਆ ਜਾਂਦਾ, ਉਹਨਾਂ ਨੂੰ ਵੀ ਰਾਜ ਕਰਨ ਦਾ ਬਰਾਬਰ ਦਾ ਹੱਕ ਹੈ। ਕਿਹਾ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਦੀ ਜਦੋਂ ਸਰਕਾਰ ਆਈ 2014 ਦੇ ਵਿੱਚ ਯਕਾਯਕ ਪਤਾ ਨਹੀਂ ਕੀ ਹੋਇਆ ਕਿ ਬਹੁਜਨ ਸਮਾਜ ਪਾਰਟੀ ਡੇ ਬਾਈ ਡੇ ਰੇਤ ਦੀਆਂ ਕੰਧਾਂ ਵਾਂਗੂ ਡਿੱਗਣਾ ਸ਼ੁਰੂ ਹੋ ਗਈ। ਇਸ ਵਾਰੀ ਹਾਲਾਤ ਇਹ ਬਣ ਗਏ ਉੱਤਰ ਪ੍ਰਦੇਸ਼ ਦੇ ਵਿੱਚ, ਜਿੱਥੇ ਬਾਰ-ਬਾਰ ਸੱਤਾ ਦੇ ਵਿੱਚ ਮਾਇਆਵਤੀ ਹੁਰੀ ਆਏ। ਇਸ ਵਾਰੀ ਉਹਨਾਂ ਦਾ ਵੋਟ ਬੈਂਕ ਤੁਸੀਂ ਚੈੱਕ ਕਰਨਾ, ਹੈਰਾਨ ਹੋ ਜਾਓਗੇ। ਇੱਕ ਸੀਟ ਲੱਭੀ ਉੱਥੇ ਬਿਲਕੁਲ। ਔਰ ਇਹੀ ਹਾਲ ਪੰਜਾਬ ਦੇ ਵਿੱਚ ਹੋ ਗਿਆ। ਜਦੋਂ ਹਾਰਾਂ ਹੋਈਆਂ ਇਹਨਾਂ ਨੇ ਕਦੇ ਵੀ ਸੈਲਫ ਐਨਾਲਿਸਿਸ ਨਹੀਂ ਕੀਤਾ। ਜਿਹੜਾ ਵਿਅਕਤੀ ਸੈਲਫ ਐਨਾਲਿਸਿਸ ਨਹੀਂ ਕਰ ਸਕਦਾ, ਜਿਹੜੀ ਪਾਰਟੀ ਸੈਲਫ ਐਨਾਲਿਸਿਸ ਨਹੀਂ ਕਰ ਸਕਦੀ, ਉਹ ਬਹੁਤੀ ਦੇਰ ਨਹੀਂ ਜਿਹੜਾ ਉਹ ਸਰਵਾਈਵ ਕਰ ਸਕਦੀ। ਇੱਕ ਵਿਧਾਨਕਾਰ, ਇੱਕ ਪੈਨਸ਼ਨ ਤੇ ਚਾਹੇ ਅੱਜ ਜਿਹੜਾ ਹੋਮ ਡਿਲੀਵਰੀ ਵਾਲੀ ਜਿਹੜੀ ਗੱਲ, ਇਸ ਤਰ੍ਹਾਂ ਦੇ ਐਲਾਨ ਅਕਸਰ ਪਾਰਟੀਆਂ ਉਦੋਂ ਕਰਦੀਆਂ ਨੇ ਜਦੋਂ ਚੋਣਾਂ ਦਾ ਵਰ੍ਹਾ ਹੁੰਦਾ। ਦਿੱਲੀ ਦੇ ਵਿੱਚ ਇਹ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕੇਂਦਰ ਦੀ ਸਰਕਾਰ ਨੇ ਇਹਦੇ ਉੱਤੇ ਰੋਕ ਲਾ ਦਿੱਤੀ। ਯੂਕਰੇਨ ਦੇ ਖਿਲਾਫ ਜਿਵੇਂ ਜੰਗ ਲੰਬੀ ਹੁੰਦੀ ਜਾ ਰਹੀ ਹੈ, ਤਿਵੇਂ ਰਸ਼ੀਅਨ ਫੌਜ ਜਿਹੜੀ ਆ ਉਹਦੀ ਜਿਹੜੀ ਸ਼ਮਤਾ ਤੇ ਰਣਨੀਤੀ ਨੂੰ ਲੈ ਕੇ ਸਵਾਲ ਉੱਠਣ ਲੱਗੇ ਆ ਕਿ ਰਸ਼ੀਆ ਬੜਾ ਪਾਵਰਫੁਲ ਹੈ। ਉਹਨੂੰ ਇਹ ਨਹੀਂ ਸੀ ਪਤਾ ਕਿ ਯੂਕਰੇਨ ਵਰਗਾ ਜਿਹੜਾ ਛੋਟਾ ਜਿਹਾ ਮੁਲਕ ਹੈ ਉਹਨੂੰ ਜਿੱਤਣ ਦੇ ਵਾਸਤੇ, ਉਹਨੂੰ ਸਰ ਕਰਨ ਦੇ ਵਾਸਤੇ ਇੰਨਾ ਲੰਬਾ ਯੁੱਧ ਉਹਨੂੰ ਲੜਨਾ ਪੈ ਜਾਊਗਾ। ਸਤਿ ਸ਼੍ਰੀ ਅਕਾਲ। ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ। ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਪ੍ਰੋਗਰਾਮ ਵਿਚਾਰ ਚਰਚਾ। ਜਿਵੇਂ ਤੁਸੀਂ ਜਾਣਦੇ ਹਾਂ ਕਿ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਨੇ ਪਟਿਆਲਾ ਤੋਂ ਬਲਤੇਜ ਪੰਨੂ ਜੀ। ਪੰਨੂ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਦਰਸ਼ਕਾਂ ਨੂੰ ਸਵਾਲ ਦੱਸਾਂ, ਤੁਹਾਡਾ ਇਸਤਕਬਾਲ ਕਰਦੇ ਹਾਂ। ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ 'ਚ ਆਉਣ ਲਈ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਾਥੀਓ, ਅੱਜ ਅਸੀਂ ਜਿਹੜੀਆਂ ਗੱਲਾਂ ਕਰਨੀਆਂ ਉਹਦੇ ਵਿੱਚ ਪੰਜਾਬ ਬਣਨ ਤੋਂ ਬਾਅਦ ਜਦੋਂ ਪੰਜਾਬ ਨੂੰ ਰਾਜਧਾਨੀ ਦੀ ਲੋੜ ਪਈ ਤੇ ਫਿਰ ਇੱਕ ਸ਼ਹਿਰ ਜਿਹੜਾ ਪਹਿਲਾਂ ਵਸਿਆ ਹੋਇਆ ਨਹੀਂ ਸੀ, ਬਾਅਦ ਵਿੱਚ ਵਸਾਇਆ ਗਿਆ। ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਸੀ, ਫਿਰ ਬਦਲ ਕੇ ਇੱਥੇ ਆ ਗਈ। ਤੇ ਇਸ ਚੰਡੀਗੜ੍ਹ ਨੂੰ ਲੈ ਕੇ ਜਿਹੜੀਆਂ ਬਾਜ਼ਾਰ ਨੇ ਉਹ ਗਰਮ ਰਹਿੰਦਾ ਖਬਰਾਂ ਦਾ, ਚਾਹੇ ਉੱਥੇ ਮੇਅਰ ਦੀ ਚੋਣ ਹੋਣੀ ਹੋਵੇ, ਚਾਹੇ ਉਹ 2 ਸਟੇਟਾਂ ਦੀ ਕਹਾਣੀ ਹੋਵੇ। ਤੇ ਹੁਣ ਇੱਕ ਹੋਰ ਮਸਲੇ ਨੂੰ ਲੈ ਕੇ ਜਿਹੜਾ ਬਾਜ਼ਾਰ ਆ ਉਹ ਖਬਰਾਂ ਦਾ ਗਰਮ ਆ। ਪੰਨੂ ਸਾਹਿਬ ਤੋਂ ਜਾਣਦੇ ਹਾਂ ਕਿ ਪੰਨੂ ਸਾਹਿਬ, ਇਹ ਚੰਡੀਗੜ੍ਹ ਦੀ ਹੁਣ ਚਰਚਾ ਜਿਹੜੀ ਆ ਉਹ ਕਿਸ ਗੱਲ ਨੂੰ ਲੈ ਕੇ ਹੋ ਰਹੀ ਆ? ਚੰਡੀਗੜ੍ਹ ਹਮੇਸ਼ਾ ਜਿਹੜਾ ਚਰਚਾ ਦੇ ਵਿੱਚ ਰਿਹਾ, ਖਬਰਾਂ ਦੇ ਰੂਪ ਦੇ ਵਿੱਚ ਸਿਆਸਤ ਦਾ ਧੁਰਾ ਬਣਿਆ ਰਿਹਾ ਜੀ। ਪੰਜਾਬੀ ਦੇ ਬਹੁਤ ਸਾਰੇ ਗੀਤ ਆ ਜਿਹੜੇ ਚੰਡੀਗੜ੍ਹ ਦੇ ਆਲੇ ਦੁਆਲੇ ਘੁੰਮਦੇ ਆ। ਜੀ ਬਿਲਕੁਲ। ਕਿਸੇ ਵੇਲੇ ਜੋੜੀ ਬੜੀ ਫੇਮਸ ਹੁੰਦੀ ਸੀਗੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਹੋਰਾਂ ਦੀ। ਮੁਹੰਮਦ ਸਦੀਕ ਤਾਂ ਅੱਜ ਵੀ ਗਾਉਂਦੇ ਨੇ ਜੀ, ਰਣਜੀਤ ਕੌਰ ਹੋਰੀ ਨਹੀਂ ਗਾਉਂਦੇ। ਤੇ ਉਦੋਂ ਉਹਨਾਂ ਦਾ ਇੱਕ ਗੀਤ ਸੀਗਾ, ਮੇਰੇ ਵਿਆਹ ਦਾ ਮਸਲਾ ਨਹੀਂ ਭਾਬੀ ਚੰਡੀਗੜ੍ਹ ਵਾਂਗੂ ਉਲਝ ਗਿਆ ਜੀ। ਪਰ ਚੰਡੀਗੜ੍ਹ ਦਾ ਜਿਹੜਾ ਮਸਲਾ ਹੈ ਇਹ ਅੱਜ ਦਾ ਨਹੀਂ ਉਲਝਿਆ ਹੋਇਆ, ਇਹ ਉਲਝਾਇਆ ਗਿਆ ਅਸਲ ਦੇ ਵਿੱਚ ਜੀ। ਕਿਉਂਕਿ ਜਦੋਂ 1966 ਦੇ ਵਿੱਚ ਪੰਜਾਬ ਬਣਦਾ, ਪੰਜਾਬ ਦੇ ਵਿੱਚੋਂ ਹਰਿਆਣਾ ਕੱਢ ਦਿੱਤਾ ਜਾਂਦਾ, ਹਿਮਾਚਲ ਲਾਂਭੇ
ਹੋ ਜਾਂਦਾ, ਜਿਨ੍ਹਾਂ ਨੇ ਇੱਕ ਦਿਨ ਦੇ ਵਾਸਤੇ ਵੀ ਸੰਘਰਸ਼ ਨਹੀਂ ਕੀਤਾ ਸੂਬਾ ਬਣਾਉਣ ਲਈ, ਇਹ ਆਪਣੇ ਆਪ ਦੇ ਵਿੱਚ ਅਜੀਬ ਐਜੀਟੇਸ਼ਨ ਸੀ ਜਿਹੜੀ ਕਿ ਸੂਬੇ ਨੂੰ ਛੋਟਾ ਕਰਨ ਦੇ ਵਾਸਤੇ ਸੀ ਜੀ, ਕਿ ਸਾਨੂੰ ਸਾਡੀ ਇੱਕ ਸੂਬੀ ਛੋਟੀ ਜੀ ਬਣਾ ਦਿਓ। ਸੱਤਾ ਚਾਹੀਦੀ ਨਹੀਂ ਸੀ। ਮਕਸਦ ਉਹਦੇ ਪਿੱਛੇ ਜੀ, ਉਹਦੇ ਪਿੱਛੇ ਮਕਸਦ ਜਿਹੜਾ ਸੀਗਾ ਨਾ ਜੀ, ਉਹ ਇੱਕੋ ਸੀਗਾ ਵੀ ਇਸ ਖਿੱਤੇ ਦੀਆਂ ਵੋਟਾਂ ਸਿਰਫ ਸਾਨੂੰ ਪੈਣਗੀਆਂ ਜੀ, ਤੇ ਅਸੀਂ ਚੁੱਪ ਕਰਕੇ ਸੱਤਾ ਹਟਾਵਾਂਗੇ। ਬਿਲਕੁਲ। ਮਕਸਦ ਇਹ ਸੀਗਾ, ਨਹੀਂ ਤਾਂ ਅਦਰਵਾਈਜ਼ ਤੁਸੀਂ ਦੇਖੋ ਜਿਹੜੀ ਇੰਡਸਟਰੀ ਹੈ ਅੱਜ ਜੀ। ਹਰਿਆਣਾ ਗੁੜਗਾਉਂ ਤੋਂ ਪੂਰੇ ਦਾ ਪੂਰਾ ਸਰਵਾਈਵ ਕਰ ਰਿਹਾ ਜੀ। ਬਿਲਕੁਲ ਹਾਈਵੇ ਦੇ ਉੱਤੇ ਬਿਜ਼ਨਸ ਜਿਹੜਾ ਉਹ ਹਰਿਆਣੇ 'ਚ, ਟੂਰਿਜ਼ਮ ਹਿਮਾਚਲ 'ਚ ਹੈ। ਜੀ, ਅਸੀਂ ਆਪਣੀ ਇੰਡਸਟਰੀ, ਪੰਜਾਬ ਫਰੀਦਾਬਾਦ ਤੱਕ ਸੀਗਾ ਜੀ, ਕਿੱਡਾ ਵੱਡਾ ਪੰਜਾਬ ਸੀ। ਈਵਨ ਜਦੋਂ ਵੰਡਿਆ ਗਿਆ ਫਿਰ ਵੀ ਬਹੁਤ ਵੱਡਾ ਸੀ। ਪਹਿਲਾਂ ਤਾਂ ਪੰਜਾਬ ਨੂੰ ਲਹਿੰਦਾ ਤੇ ਚੜ੍ਹਦਾ ਪੰਜਾਬ ਬਣਾਇਆ ਹੀ ਤਾਂ ਗਿਆ ਕਿ ਇਹ ਏਡਾ ਵੱਡਾ ਸੂਬਾ ਸੀ, ਇਹਦੇ ਵਿੱਚ ਲੋਕ ਇਸ ਖਿੱਤੇ ਦੇ ਵਿੱਚ ਰਹਿਣ ਵਾਲੇ ਇੰਨੇ ਜ਼ਿਆਦਾ ਐਕਟਿਵ ਟਾਈਪ ਦੇ ਸਨ ਕਿ ਸਰਕਾਰਾਂ ਨੂੰ ਇਹ ਲੱਗਦਾ ਸੀਗਾ, ਬ੍ਰਿਟਿਸ਼ ਸਾਮਰਾਜ ਨੂੰ ਵੀ ਇਹ ਲੱਗਦਾ ਸੀ, ਬਾਅਦ ਚ ਆਉਣ ਵਾਲਿਆਂ ਨੂੰ ਵੀ ਇਹ ਲੱਗਿਆ, ਇਹ ਕਰਵਾਇਆ ਗਿਆ ਕਿ ਜੇ ਇਹ ਇਕੱਠੇ ਰਹਿੰਦੇ ਆ ਤੇ ਇਹਨਾਂ ਨੇ ਕਿਸੇ ਨੂੰ ਰਾਜ ਨਹੀਂ ਕਰਨ ਦੇਣਾ ਹੋਰ ਜੀ, ਫਿਰ ਇਹੀ ਕਾਬਜ ਹੋਣੇ ਆ। ਮੈਂ ਕੱਲ ਵੇਖ ਰਿਹਾ ਸੀ ਇੱਕ ਫਿਲਮ 83, ਉਹਦੇ ਵਿੱਚ ਹਾਲਾਂਕਿ ਮੈਨੂੰ ਬਹੁਤ ਥੋੜਾ ਜਿਹਾ ਯਾਦ ਹੈ, ਮੇਰੀ ਕ੍ਰਿਕਟ ਦੇ ਵਿੱਚ ਦਿਲਚਸਪੀ ਸ਼ੁਰੂ ਤੋਂ ਰਹੀ ਹੈ। ਜਦੋਂ ਇਹ ਵਰਲਡ ਕੱਪ ਹੋਇਆ ਸੀ ਮੈਨੂੰ ਉਦੋਂ ਦਾ ਵੀ ਯਾਦ ਹੈ, ਪਰ ਉਹ ਵੇਖ ਕੇ ਕੁਝ ਯਾਦਾਂ ਕਿ ਉਹਦੇ ਵਿੱਚ ਕਿੰਨੇ ਪੰਜਾਬੀ ਸੀਗੇ ਉਸ ਟੀਮ ਦੇ ਵਿੱਚ ਖੇਡਣ ਵਾਲੇ ਜੀ, ਬਿਲਕੁਲ। ਔਰ ਆਪਸ ਦੇ ਵਿੱਚ ਉਹ ਪੰਜਾਬੀ ਦੇ ਵਿੱਚ ਗੱਲਬਾਤ ਕਰਦੇ ਸੀ, ਅਸਲੀਅਤ ਤੇ ਬੜੀ ਨੇੜੇ ਹੈ ਫਿਲਮ। ਖੈਰ, ਜਦੋਂ ਇਹ ਚੰਡੀਗੜ੍ਹ ਵੈਸੇ ਪ੍ਰਤਾਪ ਸਿੰਘ ਕੈਰੋਂ ਹੋਰਾਂ ਦੀ ਦੇਣ ਆ, ਔਰ ਅੱਜ ਤੱਕ ਇੰਨੇ ਵਰੇ ਹੋ ਗਏ, ਤੁਸੀਂ ਦੇਖੋ ਚੰਡੀਗੜ੍ਹ ਵਰਗਾ ਕੋਈ ਹੋਰ ਸ਼ਹਿਰ ਨਹੀਂ ਵਸਾਇਆ ਜਾ ਸਕਿਆ। ਹਾਲਾਂਕਿ ਪੰਚਕੂਲਾ ਨਾਲ ਲੱਗਵਾ ਹਰਿਆਣੇ ਨੇ ਬਣਾ ਲਿਆ ਤੇ ਮੁਹਾਲੀ ਪੰਜਾਬ ਵਾਲੇ ਸਾਈਡ ਦੇ ਉੱਤੇ ਬਣ ਗਿਆ, ਪਰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਉਹ ਗੱਲ ਨਹੀਂ ਬਣਦੀ ਜੋ ਚੰਡੀਗੜ੍ਹ ਦੇ ਵਿੱਚ। ਪੰਨੂ ਸਾਹਿਬ, ਮੈਂ ਤੁਹਾਨੂੰ ਰੋਕ ਰਿਹਾ, ਪੰਜਾਬ ਸਰਕਾਰ ਨੇ ਕੋਸ਼ਿਸ਼ ਤਲਵਾੜੇ ਨੂੰ ਵੀ ਚੰਡੀਗੜ੍ਹ ਵਰਗਾ ਬਣਾਉਣ ਦੀ ਕੀਤੀ ਸੀ ਜੀ। ਵੈਸੇ ਤਾਂ ਕੁਝ ਲੋਕਾਂ ਨੇ ਇਹਨੂੰ ਕੈਲੀਫੋਰਨੀਆ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪੰਜਾਬ ਨੂੰ, ਪਰ ਉਹ ਕੈਲੀਫੋਰਨੀਆ ਬਣ ਗਿਆ ਜੀ। ਤੇ ਹੁਣ ਅਕਾਲੀ ਦਾ ਕੀ ਬਣ ਗਿਆ ਜੀ, ਉਹ ਹੁਣ ਰਹਿ ਗਈ ਅੱਗੇ ਗੱਲ। ਹਾਂ ਜੀ, ਸੌਰੀ, ਉਹ ਸਭ ਨੂੰ ਪਤਾ ਕਿ ਉਹਨਾਂ ਦਾ ਕੀ ਬਣ ਗਿਆ ਜੀ। ਦੇਖੋ ਚੰਡੀਗੜ੍ਹ ਦੀ ਗੱਲ ਮੈਂ ਜਿਵੇਂ ਕਰ ਰਿਹਾ ਸੀ ਕਿ ਜਦੋਂ ਧਰਮ ਯੁੱਧ ਮੋਰਚਾ ਲੱਗਦਾ 1982 ਦੇ ਵਿੱਚ, ਤੇ ਉਦੋਂ ਜਿਹੜੇ ਮੁੱਖ ਮੰਗਾਂ ਨੇ ਧਰਮ ਯੁੱਧ ਮੋਰਚੇ ਦੇ ਵਿੱਚ, ਉਹਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਤੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਸ਼ਾਮਲ ਸੀ ਜੀ। ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੁੰਦਾ, ਉਹਦੇ ਵਿੱਚ ਵੀ 26 ਜਨਵਰੀ ਮਿੱਥੀ ਗਈ ਸੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਵਾਸਤੇ, ਜਦੋਂ ਕਿ ਸੈਂਟਰ ਦੀ ਸਰਕਾਰ ਫੇਰ ਭੱਜ ਗਈ। ਬਰਨਾਲਾ ਸਰਕਾਰ ਜਿਹੜੀ ਸੀਗੀ ਉਹ ਬਿਨਾਂ ਰੀੜ ਦੀ ਹੱਡੀ ਵਾਲੀ ਸੀ, ਉਹ ਸਟੈਂਡ ਨਹੀਂ ਲੈ ਸਕੀ, ਹਾਲਾਂਕਿ ਟੁੱਟ ਬਾਅਦ ਦੇ ਵਿੱਚ ਵੀ ਉਹ ਗਈ ਜੀ। ਤੋਂ ਚੰਡੀਗੜ੍ਹ ਜਿਹੜਾ ਉਹ ਸਮੇਂ-ਸਮੇਂ ਦੇ ਉੱਤੇ ਚਰਚਾ ਦੇ ਵਿੱਚ ਆਉਂਦਾ ਰਿਹਾ ਜੀ। ਹੋਇਆ ਇਹ ਕਿ ਪਿਛਲੇ ਕੁਝ ਸਾਲਾਂ ਦੇ ਦੌਰਾਨ, ਜੇ ਬਹੁਤਾ ਆਪਾਂ ਲੰਬਾ ਨਾ ਜਾਈਏ ਤੇ ਮੈਂ 15 ਕੁ ਸਾਲ ਜਾਂ 20 ਸਾਲ ਤੁਸੀਂ ਕਹਿ ਲਓ ਕਿ 2000 ਤੋਂ ਤੁਸੀਂ ਇਸੇ ਸਦੀ ਦੀ ਗੱਲ ਕਰੀਏ। ਹਾਂ, ਇਹ ਆਪਾਂ ਪਿੱਛੇ ਬਹੁਤਾ ਜਾਂਦੇ ਨਹੀਂ ਜੀ। ਆਪਾਂ 80ਵਿਆਂ ਦੇ ਵਿੱਚ ਨਹੀਂ ਜਾਂਦੇ, 90ਵਿਆਂ 'ਚ ਨਹੀਂ ਜਾਂਦੇ, 2000 ਤੋਂ ਲਾ ਲਓ, ਜੇ ਚਲੋ 2002 ਤੋਂ ਲਾ ਲਓ, ਇਹ 22 ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਜੀ। ਇਹਦੇ ਦੌਰਾਨ ਹੋਇਆ ਕੀ, ਜਿਹੜੇ ਪੰਜਾਬ ਦੇ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਸਿਆਸਤ ਹੁੰਦੀ ਰਹੀ, ਉਹ ਹੌਲੀ ਕਰਕੇ ਮਨਫੀ ਕਰਦੀਆਂ ਗਈਆਂ ਪਾਰਟੀਆਂ। ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਸੀ ਜੀ, ਉਹ ਭੁੱਲ ਭੁਲਾ ਗਈ, ਉਹਦੇ ਉੱਤੇ ਕਦੀ ਪਹਿਰਾ ਨਹੀਂ ਦਿੱਤਾ। ਨਾ ਤਾਂ ਉਹ ਅਕਾਲੀ ਦਲ ਬਾਦਲ ਨੇ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਸੀ ਪਰ ਬਾਅਦ ਦੇ ਵਿੱਚ ਅਕਾਲੀ ਦਲ ਬਾਦਲ ਬਣ ਗਿਆ, ਉਹਨਾਂ ਨੇ ਕੀ, ਉਹਨਾਂ ਤਾਂ ਪੰਜਾਬੀ ਪਾਰਟੀ ਬਣਾ ਲਈ, ਛੱਡ ਹੀ ਗਏ ਜੀ, ਚੰਡੀਗੜ੍ਹ ਵੀ ਛੱਡ ਗਏ। ਜਿਹੜੇ 10 ਸਾਲ ਸੱਤਾ ਰਹੀ ਅਕਾਲੀ ਦਲ ਬਾਦਲ ਦੀ, 7 ਤੋਂ ਲੈ ਕੇ 17 ਵਾਲੀ, ਜੇ ਉਹਦੇ ਵਿੱਚ ਤੁਸੀਂ ਉਹਨੂੰ ਚੀਰਫਾੜ ਉਹਦੀ ਕਰੋਗੇ ਤੇ ਮੈਕਸਿਮਮ ਦਫ਼ਤਰ ਜਿਹੜੇ ਸਰਕਾਰੀ ਨੇ ਉਹ ਚੰਡੀਗੜ੍ਹੋਂ ਕੱਢ ਕੇ ਮੁਹਾਲੀ ਦੇ ਵਿੱਚ ਲਿਆਂਦੇ ਇਸੇ 10 ਸਾਲਾਂ ਦੇ ਰਾਜਕਾਲ ਨੇ। ਕੀ ਉਹਦੇ ਪਿੱਛੇ ਸਾਜ਼ਿਸ਼ ਸੀ ਨਹੀਂ ਪਤਾ, ਸ਼ਾਇਦ ਕਿਤੇ ਨਾ ਕਿਤੇ ਇਹ ਸੀ ਕਿ ਮੁਹਾਲੀ ਨੇੜਲੀਆਂ ਜ਼ਮੀਨਾਂ ਉਹਨਾਂ ਨੇ ਆਪ ਖਰੀਦੀਆਂ ਹੀ ਸੀ। ਇਹਨਾਂ ਜ਼ਮੀਨਾਂ, ਕਿਉਂਕਿ ਜਦੋਂ ਤੁਸੀਂ 에ਅਰਪੋਰਟ ਰੋਡ ਦੇ ਉੱਤੇ ਜਾਂਦੇ ਹੋ, ਜਿਹੜੇ ਹਾਈਵੇ ਦੇ ਨਾਲ ਜੁੜਦੇ ਆ, ਉਹ ਜ਼ਮੀਨਾਂ ਆਪਾਂ ਨੂੰ ਸਭ ਨੂੰ ਪਤਾ ਕਿ ਖਾਲੀ ਪਈਆਂ ਸਨ, ਔਰ ਅੱਜ ਉਹਨਾਂ ਜ਼ਮੀਨਾਂ ਦਾ ਕੀ ਭਾਅ ਆ ਉਹ ਸਭ ਨੂੰ ਪਤਾ ਹੈ। ਠੀਕ ਹੈ ਕਿ ਉਹਨਾਂ ਜ਼ਮੀਨਾਂ ਦੇ ਭਾਅ ਵੱਧ ਗਏ, ਲੋਕਾਂ ਦੀ ਪਾਪੂਲੇਸ਼ਨ ਵੱਧ ਗਈ, ਪੈਸੇ ਕਿਹਨੇ ਕਮਾਏ? ਪੈਸੇ ਪੋਲੀਟੀਸ਼ੀਅਨਾਂ ਨੇ ਕਮਾਏ।
ਉਹਦੇ ਨਾਲ ਇੱਕ ਧੋਖਾ ਕੀਤਾ ਗਿਆ ਪੰਜਾਬ ਦੇ ਨਾਲ। ਜਦੋਂ ਉਹਦੇ ਤੋਂ ਚੰਡੀਗੜ੍ਹ ਤੋਂ ਤੁਸੀਂ ਛੱਡ ਹੀ ਦਿੱਤਾ, ਦਾਅਵਾ ਹੀ ਛੱਡ ਦਿੱਤਾ, ਦਫ਼ਤਰ ਹੀ ਉੱਥੋਂ ਜਿਹੜੇ ਲੈ ਆਂਦੇ, ਫਿਰ 60-40 ਦੇ ਨਾਲ 60% ਪੰਜਾਬ ਦੇ ਤੇ 40% ਹਰਿਆਣੇ ਦੇ ਡੈਪੂਟੇਸ਼ਨ ਦੇ ਉੱਤੇ ਜਾਂਦੇ ਸੀ ਜਿਹੜੇ ਉੱਥੇ ਕੰਮ ਕਰਨ ਵਾਲੇ। ਤਾਂ ਉਹ ਵੀ ਹੌਲੀ ਹੌਲੀ ਮਨਫੀ ਕਰ ਦਿੱਤਾ ਗਿਆ। ਅੱਜ ਮਸੀਂ 5-7% ਦੇ ਕਰੀਬ ਜਿਹੜਾ ਉਹ ਰਹਿ ਗਿਆ। ਬੋਲੀਆਂ ਹੀ ਨਹੀਂ ਸਰਕਾਰਾਂ, ਕਦੇ ਵੀ ਨਹੀਂ ਇਸ ਪਾਸੇ ਵੱਲ ਧਿਆਨ ਦਿੱਤਾ। ਈਵਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਹੋਰ ਕਰ ਲਿਆ ਕਿ ਸੀਐਮ ਸਿਕਿਉਰਿਟੀ ਦੇ ਵਿੱਚ ਵੀ ਦੂਜੇ ਸੂਬਿਆਂ ਤੋਂ ਲਿਆ ਕੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ, ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਦੇ ਉੱਤੇ ਵੀ 2017 ਦੇ ਵਿੱਚ ਆ ਕੇ ਸਹੀ ਪਾਈ, ਤੇ ਉਹ ਵੀ ਇਸੇ ਭਰਤੀ ਵੱਲ ਨੂੰ ਤੁਰੇ ਰਹੇ। ਹੁਣ ਦੁਬਾਰਾ ਮਸਲਾ ਇਹ ਫੇਰ ਭੱਕ ਗਿਆ। ਹੁਣ ਇਸ ਕਰਕੇ ਭੱਕ ਗਿਆ ਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ। ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਣ ਦੇ ਵਾਸਤੇ ਉਹਨੇ ਪੰਜਾਬ ਦੇ ਵਿੱਚੋਂ ਕਾਂਗਰਸ ਵੀ ਲਗਭਗ ਉਹ ਸਫਾਈ ਦੇ ਨੇੜੇ ਲੈ ਗਈ, ਤੇ ਅਕਾਲੀ ਦਲ ਬਾਦਲ ਤਾਂ ਖਤਮ ਹੀ ਹੋ ਗਿਆ, ਔਰ ਭਾਰਤੀ ਜਨਤਾ ਪਾਰਟੀ ਸਫਾਇਆ ਹੋ ਗਿਆ, ਬਸਪਾ ਦਾ ਸਫਾਇਆ ਹੋ ਗਿਆ। ਤੋ ਇਹ ਪਾਰਟੀਆਂ ਹਾਸ਼ੀਏ ਤੇ ਚਲੇ ਗਈਆਂ। ਹੁਣ ਉਹ ਕੋਈ ਨਾ ਕੋਈ ਤਾਂ ਮੁੱਦਾ ਲੱਭਦੀਆਂ ਨੇ। ਮੁੱਦਾ ਛੋਟਾ ਨਹੀਂ ਗਾ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅਮਿਤ ਸ਼ਾਹ ਹੋਰੀ ਇੱਥੇ ਆਉਂਦੇ ਆ ਚੰਡੀਗੜ੍ਹ ਦੇ ਵਿੱਚ, ਤੇ ਚੰਡੀਗੜ੍ਹ ਦੇ ਵਿੱਚ ਆ ਕੇ ਉਹ ਚੰਡੀਗੜ੍ਹ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਉੱਤੇ ਕੇਂਦਰੀ ਨਿਯਮ ਲਾਗੂ ਕਰਨ ਦਾ ਐਲਾਨ ਕਰਦੇ ਆ ਜੀ। ਔਰ ਕੇਂਦਰੀ ਜਦੋਂ ਨਿਯਮ ਕਰਨ ਦਾ ਐਲਾਨ ਜਿਹੜਾ ਉਹ ਕਰਦੇ ਆ, ਤੇ ਉਹ ਇਹ ਕਹਿੰਦੇ ਆ ਕਿ ਇਹ ਹੁਣ ਕੇਂਦਰ ਦੇ ਅੰਡਰ ਆ ਜਾਣਗੇ। ਜਿਹੜੇ ਨਵੇਂ ਰੂਲਸ ਨੇ ਉਹ ਕਹਿੰਦੇ ਕਰਮਚਾਰੀਆਂ ਨੂੰ ਬਹੁਤ ਫਾਇਦਾ ਹੋਊਗਾ, ਰਿਟਾਇਰਮੈਂਟ, ਚਾਈਲਡ ਕੇਅਰ ਲੀਵ, ਟੀਚਰਸ ਨੂੰ ਫਾਇਦਾ ਹੋਊਗਾ, ਸੈਲਰੀ ਵਧੂਗੀ, ਪੰਜਾਬ ਦੇ ਉੱਤੇ ਡਿਪੈਂਡੈਂਸੀ ਜਿਹੜੀ ਆ ਉਹ ਘੱਟ ਹੋ ਜਾਊਗੀ ਜੀ। ਸਵਾਲ ਜਿਹੜਾ ਨਾ ਜੀ ਇੱਥੋਂ ਫਿਰ ਸਟਾਰਟ ਹੁੰਦਾ ਕਿ ਜਿਹੜੇ ਇਹ ਐਲਾਨ ਕਰ ਰਹੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਚੰਡੀਗੜ੍ਹ ਜਦੋਂ ਵਸਾਇਆ ਗਿਆ ਸੀ, ਪੰਜਾਬ ਦੇ ਕਿੰਨੇ ਪਿੰਡ ਉਜਾੜੇ ਗਏ ਸੀ ਜੀ। ਜਦੋਂ ਹਰਿਆਣਾ ਬਣਿਆ ਤਾਂ ਟੈਂਪਰੇਰੀ ਤੌਰ ਦੇ ਉੱਤੇ ਇਹ ਆਖਿਆ ਗਿਆ ਕਿ ਜਿੰਨੀ ਦੇਰ ਤੱਕ ਹਰਿਆਣੇ ਦੀ ਰਾਜਧਾਨੀ ਨਹੀਂ ਬਣ ਜਾਂਦੀ ਉਨੀ ਦੇਰ ਤੱਕ ਉਹ ਇਹਨੂੰ ਵਰਤੂਗਾ, ਉਸ ਤੋਂ ਬਾਅਦ ਹਰਿਆਣਾ ਆਪਣੀ ਰਾਜਧਾਨੀ ਜਿਹੜੀ ਆ ਉਹਨੂੰ ਬਣਾਊਗਾ। ਮੈਨੂੰ ਯਾਦ ਹੈ ਦਰਬਾਰਾ ਸਿੰਘ ਹੋਰਾਂ ਦੇ ਸਮੇਂ ਦੇ ਉੱਤੇ ਇਹ ਵੀ ਉੱਠਿਆ ਸੀਗਾ ਕਿ ਫਲੌਰ ਦੇ ਨੇੜੇ ਰਣਜੀਤਗੜ੍ਹ ਵਸਾਇਆ ਜਾਵੇ ਜੀ। ਕਾਗਜ਼ਾਂ ਦੇ ਵਿੱਚ ਵਸਾਇਆ ਗਿਆ, ਰਣਜੀਤਗੜ੍ਹ ਕਿਤੇ ਮੁੜ ਕੇ ਦਿਸਿਆ ਨਹੀਂ, ਕਹਿੰਦੇ ਕਿ ਉਹਨੂੰ ਰਾਜਧਾਨੀ ਜਿਹੜਾ ਉਹ ਬਣਾ ਲਿਆ ਜਾਊਗਾ। ਉਦੋਂ ਪਤਾ ਨਹੀਂ ਦਰਬਾਰਾ ਸਿੰਘ ਹੋਰਾਂ ਦੀ ਇਹਦੇ ਪਿੱਛੇ ਕੀ ਉਹਨਾਂ ਨੇ ਫਲੌਰ ਨੇੜੇ ਕੋਈ ਜ਼ਮੀਨ ਲਈ ਹੋਈ ਸੀ ਜਾਂ ਕੀ ਰੀਜ਼ਨ ਸੀਗਾ, ਪਰ ਇਹ ਮਸਲਾ ਉੱਠਿਆ ਉਦੋਂ ਵੀ। ਸਵਾਲ ਇਹ ਆ ਕਿ ਜਿਹਦੇ ਉੱਤੇ ਤੁਹਾਡਾ ਦਾਅਵਾ ਹੈ ਤੁਸੀਂ ਉਹ ਛੱਡੋ ਕਿਉਂ? ਲੋਕ ਬਹੁਤ ਸਾਰੇ ਕਹਿੰਦੇ ਆ ਕਿ ਚੰਡੀਗੜ੍ਹ ਦੇ ਨਾਲ ਕੀ ਫਰਕ ਪੈਣਾ, ਕਿਉਂ ਨਹੀਂ ਫਰਕ ਪੈਂਦਾ? ਇੱਕ ਇੱਕ ਕਰਕੇ ਤੁਸੀਂ ਦਾਅਵਾ ਛੱਡੀ ਜਾਓਗੇ ਤੇ ਫਿਰ ਪੰਜਾਬੀ ਤਾਂ ਕਾਹਦੇ ਹੋਏ, ਪੰਜਾਬ ਵਾਸਤੇ ਕਾਹਦੇ ਹੋਏ? ਹੁਣ ਇਹਦਾ ਰਿਐਕਸ਼ਨ ਜਿਹੜਾ ਉਹ ਜ਼ਬਰਦਸਤ ਆਇਆ। ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਐਕਸੈਪਟ ਨਹੀਂ ਕਰਾਂਗੇ ਜਿਹੜੀ ਕੇਂਦਰ ਦੀ ਸਰਕਾਰ ਕਰਕੇ ਗਈ ਹੈ, ਕਿਉਂਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹਨੇ ਦਿੱਲੀ ਦੇ ਵਿੱਚ ਪਰ ਕੁਤਰੇ ਆਮ ਆਦਮੀ ਪਾਰਟੀ ਦੇ, ਉੱਥੇ ਕੋਈ ਚੀਜ਼ ਉਹਨਾਂ ਨੂੰ ਕਰਨ ਨਹੀਂ ਦਿੰਦੀ। ਜਿਹੜੀ ਚੀਜ਼ ਕਰਨ ਲੱਗਦੇ ਨੇ ਉਹ ਆਓ ਜੀ ਥਰੂ ਲੈਫਟੀਨੈਂਟ ਗਵਰਨਰ ਦੇ, LG ਦੇ ਥਰੂ ਤੁਹਾਨੂੰ ਆਉਣਾ ਪੈਂਦਾ। ਬਿਲਕੁਲ ਪੰਜਾਬ ਇੰਡੀਪੈਂਡੈਂਟ ਸਟੇਟ ਆ, ਇੱਥੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ। ਜਿਸ ਕਿਸਮ ਦੇ ਫੈਸਲੇ ਲਏ ਜਾ ਰਹੇ ਆ ਬੜੀ ਤੇਜ਼ੀ ਦੇ ਨਾਲ, ਉਹਦਾ ਚਰਚਾ ਪੂਰੇ ਮੁਲਕ ਭਰ ਦੇ ਵਿੱਚ ਹੋ ਰਿਹਾ, ਪੂਰੀ ਦੁਨੀਆ ਭਰ ਦੇ ਵਿੱਚ ਹੋ ਰਿਹਾ ਜੀ। ਕਿਤੇ ਨਾ ਕਿਤੇ ਇਹ ਲੱਗਦਾ ਨਾ ਭਾਰਤੀ ਜਨਤਾ ਪਾਰਟੀ ਨੂੰ, ਕਿਉਂਕਿ ਉਹ ਕਾਂਗਰਸ ਦੀ ਜਗ੍ਹਾ ਲੈ ਰਹੀ ਹੈ ਸਾਰੀ ਜਗ੍ਹਾ ਦੇ ਉੱਤੇ ਜੀ। ਜੇ ਹਿਮਾਚਲ ਦੇ ਵਿੱਚ ਉਹ ਆਪਣੇ ਪੈਰ ਪਸਾਰ ਰਹੀ ਆ, ਹਰਿਆਣੇ 'ਚ ਪੈਰ ਪਸਾਰ ਰਹੀ ਆ, ਗੁਜਰਾਤ ਦੇ ਵਿੱਚ ਪੈਰ ਪਸਾਰ ਰਹੀ ਆ, ਤੇ ਉਹ ਕਾਂਗਰਸ ਦਾ ਬਦਲ ਬਣਨ ਦੇ ਚੱਕਰ 'ਚ ਆ। ਭਾਰਤੀ ਜਨਤਾ ਪਾਰਟੀ ਇਹ ਸੋਚਦੀ ਹੈ ਕਿ ਕਾਂਗਰਸ ਨੂੰ ਤਾਂ ਸੰਭਾਲ ਲਿਆ, ਕਿਤੇ ਇਹ ਉਹਦੀ ਜਗ੍ਹਾ ਦੇ ਉੱਤੇ ਆ ਕੇ ਉਹਦੀ ਗੱਦੀ ਨੂੰ ਹਿਲਾਵੇ ਨਾ। ਇਸ ਕਰਕੇ ਹੁਣ ਪੰਜਾਬ ਦੇ ਉੱਤੇ ਕੇਂਦਰਿਤ ਹੋ ਗਿਆ ਸਾਰਾ ਕੁਝ। ਪਹਿਲਾਂ ਤਾਂ ਆਏ ਨਹੀਂ ਕੋਈ, ਹੁਣ ਜਿਹੜੇ ਉਹ ਆਉਣ ਲੱਗੇ ਨੇ ਉਹਨਾਂ ਨੇ ਦੇਖੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਾ ਜਿਹੜਾ ਮਾਮਲਾ ਸੀਗਾ ਉਹ ਸਭ ਦੇ ਸਾਹਮਣੇ ਆ ਆਪਣੇ, ਕਿਵੇਂ ਉਹਦੇ ਉੱਤੋਂ ਪੰਜਾਬ ਦੇ ਇੰਜੀਨੀਅਰ ਜਿਹੜੇ ਸੀਗੇ ਉਹ ਲਾਂਭੇ ਕੀਤੇ ਗਏ। ਔਰ ਹੁਣ ਚੰਡੀਗੜ੍ਹ ਦੇ ਉੱਤੇ ਜਿਹੜਾ ਉਹ ਨਿਯੰਤਰਣ ਕਰਨ ਦੇ ਵਾਸਤੇ ਇਹ ਨਵਾਂ ਐਲਾਨ ਕਰ ਗਏ ਅਮਿਤ ਸ਼ਾਹ ਹੋਰੀ। ਜਿਹੜੇ ਇਸ ਵੇਲੇ ਵਿਰੋਧੀ ਧਿਰਾਂ ਨੇ, ਵਿਰੋਧੀ ਧਿਰ ਤਾਂ ਇੱਕੋ ਹੀ ਆ, ਕਾਂਗਰਸ ਹੀ ਇਸ ਵੇਲੇ, ਔਰ ਉਹ ਵੀ ਇਹ ਕਹਿ ਰਹੇ ਆ ਕਿ ਇਹ ਗਲਤ ਹੋਇਆ ਤੇ ਇਹਦੇ ਉੱਤੇ ਸਖਤ ਫੈਸਲਾ ਲੈਣਾ ਚਾਹੀਦਾ ਪੰਜਾਬ ਦੀ ਸਰਕਾਰ ਨੂੰ। ਦੇਖੋ ਇਸ ਮਾਮਲੇ ਦੇ ਉੱਤੇ ਜਿਹੜਾ
ਵਿਰੋਧੀ ਧਿਰ ਨੂੰ ਸਾਥ ਦੇਣਾ ਚਾਹੀਦਾ ਸਰਕਾਰ ਦਾ। ਔਰ ਦੂਜੀ ਗੱਲ ਜਿਹੜੀ ਹੈ ਨਾ ਜੀ, ਮੈਂ ਫਿਰ ਜਿੱਥੋਂ ਸ਼ੁਰੂ ਕੀਤੀ ਸੀ ਉੱਥੇ ਆਵਾਂਗੇ ਕਿ ਅੱਜ ਵਿਰੋਧੀ ਧਿਰ ਕਹਿੰਦੀ ਆ ਕਿ ਆਮ ਆਦਮੀ ਪਾਰਟੀ ਬੋਲੇ। ਸਵਾਲ ਇਹ ਆ ਕਿ ਚੰਡੀਗੜ੍ਹ ਦੇ ਉੱਤੋਂ ਹੱਕ ਜਿਹੜਾ ਸੀਗਾ ਉਹ ਹੌਲੀ ਹੌਲੀ ਅਸੀਂ ਛੱਡਿਆ ਕਿਵੇਂ ਜੀ। ਇਹ ਗੱਲਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਔਰ ਇਹ ਗੱਲਾਂ ਜ਼ੋਰਦਾਰ ਤਰੀਕੇ ਦੇ ਨਾਲ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਇਹਨਾਂ ਪੋਲੀਟੀਸ਼ੀਅਨਾਂ ਨੇ ਕੀ ਸਮਝੌਤੇ ਕੀਤੇ ਪਿਛਲੇ ਸਮੇਂ ਦੇ ਦੌਰਾਨ, ਪਿਛਲੇ ਸਾਲਾਂ ਦੇ ਦੌਰਾਨ, ਜਿਹਦੇ ਕਰਕੇ ਅੱਜ ਸਾਡਾ ਚੰਡੀਗੜ੍ਹ ਦੇ ਉੱਤੋਂ ਹੱਕ ਹੋਰ ਜਿਹੜਾ ਉਹ ਘਟ ਗਿਆ ਇੱਕ ਕਿਸਮ ਦੇ ਨਾਲ। ਕਿੰਨੇ ਲੋਕਾਂ ਦੇ ਪੁੱਤ ਜਿਹੜੇ ਸੀ ਉਹ ਦੁਨੀਆ ਤੋਂ ਤੁਰ ਗਏ ਧਰਮ ਯੁੱਧ ਮੋਰਚੇ ਦੇ ਦੌਰਾਨ। ਉਹਨਾਂ ਮੰਗਾਂ ਦੇ ਵਿੱਚ ਇੱਕ ਅਹਿਮ ਮੰਗ ਸ਼ਾਮਲ ਸੀ। ਅਕਾਲੀ ਦਲ ਬਾਦਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਲੀਹਾਂ ਛੱਡ ਕੇ ਪੰਜਾਬੀ ਪਾਰਟੀ ਬਣ ਗਿਆ ਤਾਂ ਉਹਨੇ ਇਹਦੇ ਤੋਂ ਦਾਅਵਾ ਖਤਮ ਕਰਤਾ, ਪਰ ਉਹ ਜਵਾਬਦੇਹੀ ਤੋਂ ਭੱਜ ਨਹੀਂ ਸਕਦਾ। ਅੱਜ ਵੀ 5 ਵਾਰੀ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪੰਜਾਬ ਦੇ। ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਕੋਈ ਨਹੀਂ ਜਿਹੜੀਆਂ ਉਹ ਕਰਵਾ ਸਕੇ। ਇੱਕ ਉਹਨਾਂ ਦੀ ਰੱਟ ਹੁੰਦੀ ਸੀ, ਕੇਂਦਰ ਦੀ ਸਰਕਾਰ ਧੱਕਾ ਕਰਦੀ, ਕੇਂਦਰ ਦੀ ਸਰਕਾਰ ਧੱਕਾ ਕਰਦੀ, ਬਸ ਇਹੀ ਰੱਟ ਉਹ ਲਾ ਲਾ ਕੇ 5 ਵਾਰੀ ਮੁੱਖ ਮੰਤਰੀ ਬਣ ਗਏ। ਹਾਲਾਂਕਿ ਉਹਦੇ ਵਿੱਚ ਅਟਲ ਬਿਹਾਰੀ ਵਾਜਪੇਈ ਹੋਰਾਂ ਵਾਲਾ ਕਾਰਜਕਾਲ ਵੀ ਸ਼ਾਮਲ ਹੈ, ਜਦੋਂ ਉਹ ਮੁੱਖ ਮੰਤਰੀ ਰਹੇ ਤੇ ਕੇਂਦਰ ਦੇ ਵਿੱਚ ਭਾਈਵਾਲ ਰਹੇ। ਤੇ ਜਿਹੜੀ ਪਹਿਲੀ ਸੀ 2014 ਦੇ ਵਿੱਚ ਬਣੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਾਲੀ ਸਰਕਾਰ, ਉਹਦੇ ਵਿੱਚ ਵੀ ਉਹ ਮੰਤਰੀ ਰਹੇ, 19 ਵਾਲੀ ਦੇ ਵਿੱਚ ਵੀ ਉਹ ਮੰਤਰੀ ਰਹੇ। ਕਦੀ ਵੀ ਇਹਨਾਂ ਮੰਗਾਂ ਨੂੰ ਸੈਂਟਰ ਦੇ ਮੂਹਰੇ ਇਹਨਾਂ ਪਾਰਟੀਆਂ ਨੇ ਨਹੀਂ ਉਠਾਇਆ। ਪੰਨੂ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਆ। ਤੁਸੀਂ ਕਿਹਾ ਕਿ ਜਿਹੜੇ ਪਿਛਲੇ ਚੀਜ਼ਾਂ ਨੇ ਉਹ ਵੀ ਸਾਹਮਣੇ ਆਉਣੀਆਂ ਚਾਹੀਦੀਆਂ। ਜਦੋਂ ਤੁਸੀਂ ਗੱਲ ਕਰਦੇ ਸੀਗੇ ਕਿ ਇਹਨਾਂ ਲੋਕਾਂ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਜਦੋਂ ਚੰਡੀਗੜ੍ਹ ਬਣਿਆ ਤੇ ਪੰਜਾਬ ਦੇ ਕਿੰਨੇ ਪਿੰਡ ਉਜੜੇ। ਤੇ ਮੈਂ ਹੁਣੇ ਦੇਖ ਰਿਹਾ ਸੀ ਅਮਿਤ ਸ਼ਾਹ 1964 'ਚ ਜਨਮੇ ਨੇ, ਉਹਨਾਂ ਨੂੰ ਕੀ ਪਤਾ 55 'ਚ ਚੰਡੀਗੜ੍ਹ ਦਾ ਕੀ ਬਣਿਆ ਤੇ ਕੀ ਨਹੀਂ ਬਣਿਆ। ਸਾਰੇ ਮੁਲਕ 'ਚ ਘੁੰਮ ਕੇ ਵੋਟਾਂ ਲੈਣ ਵਾਲੇ ਲੋਕਾਂ ਕੋਲ ਕਿਤਾਬਾਂ ਲਿਖਣ, ਪੜ੍ਹਨ ਜਾਂ ਇਤਿਹਾਸ ਨੂੰ ਜਾਣਨ ਦਾ ਸਮਾਂ ਕਿੱਥੇ ਹੁੰਦਾ। ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਇਹ ਜਿਹੜੀਆਂ ਕਹਾਣੀਆਂ ਨੇ, ਜਿੰਨੀਆਂ ਤੁਸੀਂ ਪਿਛਲੀਆਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਆ ਜਾਂ ਕਾਂਗਰਸ ਰਜੀਮ ਦੀ ਗੱਲ ਕਰੀਏ, ਇਹਨਾਂ ਦਾ ਜਿਹੜਾ ਮਨੋਰਥ ਸੀ ਉਹ ਸਿਰਫ ਸੱਤਾ ਦੀ ਪ੍ਰਾਪਤੀ ਜਾਂ ਸੱਤਾ ਦੇ ਸੁੱਖ ਭੋਗਣ ਤੱਕ ਹੀ ਰਿਹਾ। ਇੱਕ ਗੱਲ ਜਦੋਂ ਅਸੀਂ ਹੋਰ ਦੇਖਦੇ ਹਾਂ, ਸੈਂਟਰ ਸਟੇਟ ਰਿਲੇਸ਼ਨਸ ਦੀ ਜਦੋਂ ਗੱਲ ਕਰਦੇ ਹਾਂ, ਫਿਰ ਸਾਨੂੰ ਕੈਨੇਡਾ ਜਾਂ ਅਮਰੀਕਾ ਦੀਆਂ ਸਟੇਟਾਂ ਤੇ ਉਹਨਾਂ ਦੇ ਜਿਹੜੇ ਆਪਸੀ ਸਬੰਧ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਟਕਰਾਵ ਜ਼ਰੂਰ ਹੁੰਦੇ ਹੋਣਗੇ। ਪਰ ਇੱਥੇ ਇੱਕ ਵੱਖਰੀ ਤਰ੍ਹਾਂ ਦੇ ਮਸਲੇ ਸਾਹਮਣੇ ਆਉਂਦੇ ਨੇ। ਆਮ ਤੌਰ ਤੇ ਜਿਹੜੀ ਵੀ ਸਟੇਟ ਦੀ ਗੌਰਮੈਂਟ ਆ ਉਹ ਸੈਂਟਰ ਦੀ ਗੌਰਮੈਂਟ ਨਾਲ ਝੁੱਕ ਕੇ ਸਹਿਮਤੀ ਵਾਲੇ ਮਸਲੇ ਤੇ ਆ ਜਾਂਦੀ ਆ ਕਿ ਸਾਡਾ ਆਹ ਮੰਤਰੀ ਲੈ ਲਓ ਜਾਂ ਆਹ ਵਾਲੇ ਮਸਲੇ ਹੱਲ ਕਰ ਦਿਓ। ਵੱਡੀਆਂ ਜਿਹੜੀਆਂ ਗੱਲਾਂ ਨੇ, ਲੋਕ ਹਿੱਤ ਦੀਆਂ ਜਿਹੜੀਆਂ ਗੱਲਾਂ ਨੇ, ਸਟੇਟ ਹਿੱਤ ਦੇ ਜਿਹੜੇ ਮਸਲੇ ਨੇ, ਉਹਨਾਂ ਨੂੰ ਵਿਸਾਰ ਦਿੱਤਾ ਜਾਂਦਾ ਤੇ ਖੁਆਰ ਹੋਣ ਲਈ ਛੱਡ ਦਿੱਤਾ ਜਾਂਦਾ ਹੈ ਆਮ ਲੋਕਾਂ ਨੂੰ। ਲੈਂਦੇ ਹਾਂ ਇੱਕ ਬ੍ਰੇਕ ਤੇ ਕਰਦੇ ਹਾਂ ਕੁਝ ਹੋਰ ਵਿਚਾਰਾਂ ਤੇ ਚਰਚਾ। ਚਰਚਾ ਵਿੱਚ ਪੰਨੂ ਸਾਹਿਬ ਅਸੀਂ ਗੱਲ ਚੰਡੀਗੜ੍ਹ ਦੀ ਕਰਦੇ ਸੀ। ਜੇ ਪੰਜਾਬ ਦੀ ਹੀ ਰਾਜਨੀਤੀ ਦੀ ਗੱਲ ਕਰੀਏ ਤੇ ਇੱਕ ਸਮਾਂ ਸੀ, ਇੱਕ ਐਸੀ ਧਿਰ ਖੜੀ ਹੋਈ ਜਿਹਨੇ ਪੰਜਾਬ ਤੋਂ ਸ਼ੁਰੂਆਤ ਕੀਤੀ, ਸਾਰੇ ਭਾਰਤ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਸੀ ਹੋਂਦ ਦਿਖਾਉਣੀ ਸ਼ੁਰੂ ਕੀਤੀ ਤੇ ਇੰਜ ਲੱਗਦਾ ਸੀਗਾ ਕਿ ਇਹ ਜਿਹੜੀ ਧਿਰ ਹੈ ਸਿਰਫ ਪੰਜਾਬ ਦੀ ਨਹੀਂ, ਸਾਰੇ ਭਾਰਤ ਦੀ ਰਾਜਨੀਤੀ ਨੂੰ ਇੱਕ ਨਵੀਂ ਜਿਹੜੀ ਆ ਉਹ ਦਿਸ਼ਾ ਪ੍ਰਦਾਨ ਕਰੂਗੀ, ਇੱਕ ਦਸ਼ਾ ਜਿਹੜੀ ਆ ਉਹ ਰਾਜਨੀਤੀ ਨੂੰ ਦਿਖਾਈ ਜਾਊਗੀ। ਮੈਂ ਗੱਲ ਕਰਦਾ ਬਹੁਜਨ ਸਮਾਜ ਪਾਰਟੀ ਦੀ, ਜਿਹੜੇ ਪੰਜਾਬ ਦੇ ਰੋਪੜ ਤੋਂ ਨਿਕਲੇ ਬਾਬੂ ਕਾਂਸ਼ੀ ਰਾਮ, ਉਹਨਾਂ ਨੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਵੀ ਬਣੇ। ਇੱਥੇ ਵੀ ਉਹਨਾਂ ਨੇ ਆਪਣਾ ਜਿਹੜਾ ਸੀ ਦਾਰੋਮਦਾਰ ਚੰਗੇ ਤਰੀਕੇ ਨਾਲ ਬਣਾਇਆ ਤੇ ਭਾਰਤ ਦੀ ਸਭ ਤੋਂ ਵੱਡੀ ਸਟੇਟ ਦੇ ਵਿੱਚ ਉਹਨਾਂ ਨੇ ਇੱਕ ਵਾਰ ਨਹੀਂ ਕਈ ਵਾਰ ਆਪਣੀ ਸਰਕਾਰ ਬਣਾਈ ਤੇ ਚਲਾਈ ਵੀ। ਬਹੁਤ ਲੰਬਾ ਸਮਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹ ਹਾਵੀ ਰਹੇ, ਸਟਰੋਂਗ ਰਹੇ, ਖਾਸ ਤੌਰ ਤੇ ਦੁਆਬੇ ਦੇ ਖਿੱਤੇ ਦੇ ਵਿੱਚ। ਬਹੁਤ ਸਮਾਂ ਪਹਿਲਾਂ ਉਹਨਾਂ ਨੇ ਇੱਕ ਵਾਰ ਅਕਾਲੀ ਦਲ ਨਾਲ ਗੱਠਜੋੜ ਕੀਤਾ ਸੀ, ਚੰਗੀਆਂ ਸੀਟਾਂ ਪ੍ਰਾਪਤ ਕੀਤੀਆਂ ਸੀ। ਇਸ ਵਾਰ ਵੀ ਗੱਠਜੋੜ ਹੋਇਆ ਪਰ ਹਾਲ ਜਿਹੜਾ ਆ ਉਸ ਤੋਂ ਬਿਲਕੁਲ ਉਲਟ ਹੋਇਆ। ਕਿਵੇਂ ਦੇਖਦੇ ਆ ਜੀ ਅੱਜ ਦੀ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਦੀ ਸਥਿਤੀ ਨੂੰ? ਕਿ ਪੰਜਾਬੀ ਦੀ ਕਹਾਵਤ ਹੈ ਜੀ ਕਿ ਆਪੇ ਫੱਥੜੀਏ ਤੈਨੂੰ ਕੌਣ ਛਡਾਵੇ ਜੀ। ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਰਕਰਸ, ਉਹਦੇ ਨਾਲ ਜੁੜੇ ਹੋਏ ਲੋਕ, ਉਹਦੇ ਬਾਕੀ ਨੇਤਾਵਾਂ ਦਾ ਨਹੀਂ, ਬਲਕਿ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਆ ਜੀ, ਉਹਦਾ ਜ਼ਿਆਦਾ ਰੋਲ ਆ, ਔਰ ਖਾਸ ਤੌਰ ਦੇ ਉੱਤੇ ਮਾਇਆਵਤੀ ਹੋਰਾਂ ਦਾ ਜੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਤੁਸੀਂ ਇੱਕ ਗੱਲ ਬੜੀ ਖੂਬਸੂਰਤ ਆਖੀ ਕਿ ਜਿਹੜੇ ਸੱਤਾ ਹੰਢਾਉਂਦੇ ਫਿਰਦੇ ਲੋਕ ਨੇ ਉਹਨਾਂ ਕੋਲੇ ਕਦੋਂ ਸਮਾਂ
ਕਿ ਉਹ ਇਤਿਹਾਸ ਦੀਆਂ ਕਿਤਾਬਾਂ ਪੜ੍ਹ ਸਕਣ, ਜੀ ਇਤਿਹਾਸ ਦੇ ਬਾਰੇ ਦੇ ਵਿੱਚ ਜਾਣ ਸਕਣ। ਪੰਜਾਬ ਦੇ ਇੱਕ ਰਾਜ ਗਾਇਕ ਰਹੇ, ਜਦੋਂ ਉਹਨਾਂ ਨੂੰ ਇੱਕ ਚੈਨਲ ਵਾਲਿਆਂ ਨੇ ਪੁੱਛਿਆ ਸੀਗਾ ਕਿ ਜੀ ਤੁਹਾਨੂੰ ਪਤਾ ਬੰਗਲਾਦੇਸ਼ ਕਦੋਂ ਆਜ਼ਾਦ ਹੋਇਆ ਤੇ ਕਿਹਨੇ ਆਜ਼ਾਦ ਕਰਵਾਇਆ ਸੀ? ਜੀ ਜੀ ਇਹ 72 ਦੀ ਗੱਲ ਆ। ਕਹਿੰਦੇ ਅੱਛਾ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉਦੋਂ ਛੋਟਾ ਸੀ। ਇਹ ਤਾਂ ਕੋਈ ਆਨਸਰ ਨਹੀਂ ਨਾ ਹੈਗਾ। ਹੁਣ ਜੇ ਅਸੀਂ 47 ਦਾ ਇਤਿਹਾਸ ਪੜ੍ਹਦੇ ਆ, ਉਦੋਂ ਪਿੱਛੇ ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹਦੇ ਆ, ਅਸੀਂ ਉਦੋਂ ਥੋੜੀ ਹੈਗੇ ਸੀਗੇ। ਬਿਲਕੁਲ ਅਸੀਂ ਤਾਂ ਇਤਿਹਾਸ ਦੇ ਰਾਹੀਂ ਉਹਨੂੰ ਜਾਣਦੇ ਆ ਨਾ। ਕੋਈ ਜਾਣਨਾ ਨਹੀਂ ਚਾਹੁੰਦਾ। ਜੀ ਹੋ ਸਕਦਾ ਬਹੁਤ ਸਾਰੀ ਨਵੀਂ ਪੀੜ੍ਹੀ ਹੋਵੇ ਜਿਹਨੂੰ ਇਹ ਨਾ ਪਤਾ ਹੋਵੇ ਕਿ ਬਹੁਜਨ ਸਮਾਜ ਪਾਰਟੀ ਦਾ ਜਨਮ ਪੰਜਾਬ ਤੋਂ ਹੁੰਦਾ ਜੀ ਬਿਲਕੁਲ ਔਰ ਬਾਬੂ ਕਾਸ਼ੀ ਰਾਮ ਪੁਰੀ ਜਿਹੜੇ ਨੇ ਉਹ ਇਹਦੇ ਫਾਊਂਡਰ ਨੇ। ਬਿਲਕੁਲ ਇਹ ਕਿਹਾ ਜਾਂਦਾ ਹੈ ਕਿ ਮਾਇਆਵਤੀ ਹੁਰੀ ਉਹਨਾਂ ਦਿਨਾਂ ਦੇ ਵਿੱਚ ਟੀਚਰ ਸਨ ਤੇ ਪੁਰਾਣੇ ਲੋਕ ਜਿਹੜੇ ਉਹ ਦੱਸਦੇ ਆ ਕਿ ਹੁਸ਼ਿਆਰਪੁਰ ਦੇ ਵਿੱਚ ਬੱਸ ਤੋਂ ਉਤਰ ਕੇ ਰਿਕਸ਼ਾ ਲੈ ਕੇ ਉਹ ਬਾਬੂ ਕਾਸ਼ੀ ਰਾਮ ਹੋਰਾਂ ਦੇ ਘਰੇ ਜਾਂਦੇ ਹੁੰਦੇ ਸਨ। ਜੀ ਤੇ ਅੱਜ ਜਿਹੜੇ ਉਹ ਗਹਿਣੇ ਆਪਣੇ ਸ਼ੋਅ ਕਰਦੇ ਆ ਨਾ ਜੀ, ਜੀ ਉਹ ਤਕਰੀਬਨ ਅੱਧੇ ਕੁਇੰਟਲ ਦੇ ਨੇੜੇ ਤੇੜੇ ਆ। ਜੀ ਔਰ ਬਹੁਜਨ ਸਮਾਜ ਪਾਰਟੀ ਨੂੰ ਆਖਰ ਕੀ ਹੋਇਆ ਕਿ ਇੱਕ ਪੰਜਾਬ ਦੇ ਖਿੱਤੇ ਦੇ ਵਿੱਚੋਂ ਬੜੀ ਤੇਜ਼ੀ ਦੇ ਨਾਲ ਇੱਕ ਪਾਰਟੀ ਦਾ ਉਭਾਰ ਹੁੰਦਾ। ਜੀ ਔਰ ਬਾਬੂ ਕਾਸ਼ੀ ਰਾਮ ਹੋਰਾਂ ਦੀ ਇਹ ਦੂਰ ਅੰਦੇਸ਼ੀ ਸੀ। ਉਹ ਇਹ ਗੱਲ ਕਹਿੰਦੇ ਸਨ, ਉਹ ਸੋਚਦੇ ਸਨ, ਇੰਪਲੀਮੈਂਟ ਕਰਦੇ ਸਨ ਜੀ ਕਿ ਜਿਹੜੇ ਲੋਕਾਂ ਨੂੰ ਦਬਾਇਆ ਜਾਂਦਾ, ਜਿਹੜੇ ਲੋਕਾਂ ਨੂੰ ਲਤਾੜਿਆ ਜਾਂਦਾ, ਉਹਨਾਂ ਨੂੰ ਵੀ ਰਾਜ ਕਰਨ ਦਾ ਬਰਾਬਰ ਦਾ ਹੱਕ ਹੈ। ਜੀ ਗੱਲ ਵੀ ਉਹਨਾਂ ਦੀ ਸਹੀ ਸੀ, ਸੰਵਿਧਾਨ ਹੱਕ ਦਿੰਦਾ। ਬਿਲਕੁਲ ਤੇ ਇਹੀ ਸੋਚ ਨੂੰ ਲੈ ਕੇ ਉਹਨਾਂ ਨੇ ਇਸ ਪਾਰਟੀ ਦਾ ਗਠਨ ਕੀਤਾ ਸੀ। ਇੱਕ ਸਮਾਂ ਆਇਆ, ਇਹ ਸਮਝਿਆ ਜਾਣ ਲੱਗਿਆ ਕਿ ਬਹੁਜਨ ਸਮਾਜ ਪਾਰਟੀ ਮੁਲਕ ਦੇ ਉੱਤੇ ਰਾਜ ਕਰੂਗੀ। ਬਿਲਕੁਲ ਮਤਲਬ ਕਿ ਪ੍ਰਧਾਨ ਮੰਤਰੀ ਉਹਦਾ ਹੋਊਗਾ, ਬਿਲਕੁਲ ਚਾਹੇ ਉਹ ਬਾਬੂ ਕਾਸ਼ੀ ਰਾਮ ਹੋਰਾਂ ਦੇ ਰੂਪ ਦੇ ਵਿੱਚ ਵੇਖਿਆ ਜਾਣ ਲੱਗਿਆ ਤੇ ਚਾਹੇ ਫਿਰ ਬਾਅਦ ਦੇ ਵਿੱਚ ਮਾਇਆਵਤੀ ਦੇ ਰੂਪ ਦੇ ਵਿੱਚ ਵੇਖਿਆ ਜਾਣ ਲੱਗਿਆ। ਜੀ ਮਾਇਆਵਤੀ ਹੋਰਾਂ ਨੇ ਬਾਬੂ ਕਾਸ਼ੀ ਰਾਮ ਹੋਰਾਂ ਨੂੰ ਜਿਵੇਂ ਆਪਣੇ ਤੱਕ ਸੀਮਤ ਕਰ ਲਿਆ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਹੀਂ ਮਿਲਣ ਦਿੱਤਾ। ਜੋ ਹਾਲਤ ਬਾਬੂ ਕਾਸ਼ੀ ਰਾਮ ਹੋਰਾਂ ਦੇ ਅਖੀਰਲੇ ਦਿਨਾਂ ਦੇ ਵਿੱਚ ਰਹੇ, ਉਹ ਸਭ ਨੂੰ ਪਤਾ ਹੈ ਕਿ ਕਿਸ ਕਿਸਮ ਦੇ ਨਾਲ ਉਹਦੇ ਪਰਿਵਾਰ ਦੇ ਮੈਂਬਰ ਵਿਲਕਦੇ ਰਹੇ ਕਿ ਉਹ ਮਿਲਣਾ ਚਾਹੁੰਦੇ ਨੇ, ਬਾਬੂ ਕਾਸ਼ੀ ਰਾਮ ਹੋਰਾਂ ਨੂੰ ਨਹੀਂ ਮਿਲ ਸਕੇ। ਕੀ ਕਾਰਨ ਸੀਗਾ, ਇਹ ਅੱਜ ਤੱਕ ਗੱਲਾਂ ਸਾਹਮਣੇ ਨਹੀਂ ਆਈਆਂ। ਬਿਲਕੁਲ ਉੱਤਰ ਪ੍ਰਦੇਸ਼ ਦੀ ਸੱਤਾ ਦੇ ਉੱਤੇ ਕਾਬਜ ਹੋਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਜੀ। ਉੱਤਰ ਪ੍ਰਦੇਸ਼ ਦੀ ਸੱਤਾ ਦੇ ਉੱਤੇ ਕਾਬਜ ਹੋਣ ਦੇ ਵਾਸਤੇ ਬਹੁਤ ਸਾਰਾ ਕੁਝ ਤੁਹਾਨੂੰ ਚਾਹੀਦਾ। ਮੈਂ ਉਹਦੇ ਬਾਰੇ ਬਹੁਤ ਕੁਝ ਪੜ੍ਹਨ ਦੀ ਕੋਸ਼ਿਸ਼ ਕਰਦਾ, ਜਿੰਨਾ ਪੜ੍ਹਨ ਦੀ ਕੋਸ਼ਿਸ਼ ਕਰਦਾ ਹੋਰ ਉਹਦਾ ਹੋਰ ਅੱਗੇ ਤੋਂ ਅੱਗੇ ਜਿਹੜਾ ਉਹ ਨਿਕਲ ਆਉਂਦਾ। ਕਿਉਂਕਿ ਜਿਹੜੀ ਕਬੀਲਾ ਟਾਈਪ ਰਾਜਨੀਤੀ ਹੁੰਦੀ ਆ, ਉਹ ਕਬੀਲਿਆਂ ਦੀ ਰਾਜਨੀਤੀ ਆ, ਛੋਟੇ ਛੋਟੇ ਦੀ। ਇੰਨੇ ਗਰੁੱਪਾਂ ਨੂੰ ਅਪਰੋਚ ਕਰਨਾ, ਨਾਲ ਲੈ ਕੇ ਚੱਲਣਾ ਕੋਈ ਛੋਟੀ ਗੱਲ ਨਹੀਂ ਜੀ। ਬੀਬੀ ਮਾਇਆਵਤੀ ਹੋਰਾਂ ਨੇ ਮਿਹਨਤ ਕੀਤੀ। ਉਹ ਉੱਤਰ ਪ੍ਰਦੇਸ਼ ਦੀ ਸੱਤਾ ਦੇ ਉੱਤੇ ਇੱਕ ਵਾਰੀ ਨਹੀਂ ਬਲਕਿ ਇੱਕ ਵਾਰੀ ਤੋਂ ਵੱਧ ਵਾਰ ਵੀ ਕਾਬਜ ਹੋਏ। ਉਹਨਾਂ ਦਾ ਦਲਿਤ ਸਮਾਜ ਤੇ ਬ੍ਰਾਹਮਣ ਸਮਾਜ ਵਾਲਾ ਪੱਤਾ ਵੀ ਖੂਬ ਚੱਲਿਆ ਜੀ। ਉਹਦੇ ਨਾਲ ਵੀ ਉਹ ਸੱਤਾ ਦੇ ਉੱਤੇ ਕਾਬਜ ਹੋ ਗਏ। ਪਰ ਸੱਤਾ ਦੇ ਉੱਤੇ ਕਾਬਜ ਹੋਣ ਤੋਂ ਬਾਅਦ ਉਹ ਕਰਪਸ਼ਨ ਨੂੰ ਰੋਕ ਨਹੀਂ ਪਾਏ। ਬਿਲਕੁਲ ਉਹ ਕਰਪਸ਼ਨ ਦੇ ਉੱਤੇ ਕਾਬੂ ਨਹੀਂ ਕਰ ਸਕੇ, ਬਲਕਿ ਬਹੁਤੀ ਕਰਪਸ਼ਨ ਉਹਨਾਂ ਦੇ ਨਾਮ ਵੀ ਲੱਗਦੀ ਹੈ। ਇਹ ਕਿਹਾ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਦੀ ਜਦੋਂ ਸਰਕਾਰ ਆਈ 2014 ਦੇ ਵਿੱਚ, ਯਕਾਯਕ ਪਤਾ ਨਹੀਂ ਕੀ ਹੋਇਆ ਕਿ ਬਹੁਜਨ ਸਮਾਜ ਪਾਰਟੀ ਡੇ ਬਾਈ ਡੇ ਰੇਤ ਦੀਆਂ ਕੰਧਾਂ ਵਾਂਗੂ ਡਿੱਗਣਾ ਸ਼ੁਰੂ ਹੋ ਗਈ ਜੀ। ਮਾਇਆਵਤੀ ਹੋਰੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ 3 ਮਹੀਨੇ ਚੋਣਾਂ ਤੋਂ ਪਹਿਲਾਂ ਤੱਕ ਵੀ ਕਿਤੇ ਸਰਗਰਮ ਨਹੀਂ ਸਨ ਜੀ। ਮਹਿਜ਼ ਇੱਕ ਟਵੀਟ ਕਰ ਦਿੱਤਾ ਜਾਂਦਾ ਤੇ ਅੱਗੋਂ ਰੀਟਵੀਟ ਕਰਨ ਵਾਲੇ ਉਹਨੂੰ ਕਰ ਦਿੰਦੇ ਤੇ ਇਹ ਸਮਝ ਲਿਆ ਜਾਂਦਾ ਕਿ ਮਾਇਆਵਤੀ ਹੋਰਾਂ ਦੀ ਹਾਜ਼ਰੀ ਲੱਗ ਗਈ। ਅਜਿਹਾ ਜਿਹੜਾ ਉਹ ਨਹੀਂ ਹੁੰਦਾ ਕਿ ਸਿਰਫ ਇੱਕ ਟਵੀਟ ਦੇ ਨਾਲ ਤੁਸੀਂ ਜਿਹੜੀ ਉਹ ਹਾਜ਼ਰੀ ਲਵਾ ਲਓ। ਕੱਲੇ ਟਵੀਟ ਦੇ ਨਾਲ ਕਦੀ ਸਿਆਸਤਾਂ ਨਹੀਂ ਚੱਲਦੀਆਂ। ਮਾਇਆਵਤੀ ਹੋਰਾਂ ਨੇ ਇਹਨੂੰ ਇਸ ਸਭ ਕਾਸੇ ਨੂੰ ਬਹੁਤ ਈਜ਼ੀ ਲੈ ਲਿਆ, ਜਾਂ ਉਹ ਕੁਝ ਇਹੋ ਜਿਹੇ ਚਾਪਲੂਸਾਂ ਦੇ ਘੇਰੇ ਦੇ ਵਿੱਚ ਘਿਰ ਗਏ ਜਿਨ੍ਹਾਂ ਨੇ ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨੇ। ਔਰ ਇਹ ਸਮਝਿਆ ਜਾਣ ਲੱਗ ਗਿਆ ਕਿ ਮਾਇਆਵਤੀ ਹੋਰਾਂ ਦਾ ਤਾਂ ਮਕਸਦ ਹੀ ਇਹ ਆ ਕਿ ਮੈਨੂੰ ਦੱਸੋ ਕਿੱਥੇ ਕਿੱਥੇ ਮੈਂ ਆਪਣੇ ਕੈਂਡੀਡੇਟ ਖੜੇ ਕਰਨੇ ਆ, ਕਿਹਨੂੰ ਜਿਤਾਉਣਾ, ਕਿਹਨੂੰ ਹਰਾਉਣਾ ਜੀ। ਉਹ ਇਸ ਤਰ੍ਹਾਂ ਦੀ ਸੌਦੇਬਾਜ਼ੀ ਕਰਨ ਲੱਗੇ। ਇਹ ਬੜੀਆਂ ਗੱਲਾਂ ਸਪਸ਼ਟ ਰੂਪ ਦੇ ਵਿੱਚ ਬੜੀ ਵਾਰੀ ਸਾਹਮਣੇ ਆਉਂਦੀਆਂ ਰਹੀਆਂ ਨੇ, ਇਹ ਕੋਈ ਲੁਕੀਆਂ ਛਿਪੀਆਂ ਨਹੀਂ ਹੈਗੀਆਂ ਜੀ। ਇਸ ਵਾਰੀ ਹਾਲਾਤ ਇਹ ਬਣ ਗਏ ਉੱਤਰ ਪ੍ਰਦੇਸ਼ ਦੇ ਵਿੱਚ, ਜਿੱਥੇ ਬਾਰ-ਬਾਰ ਸੱਤਾ ਦੇ ਵਿੱਚ ਮਾਇਆਵਤੀ ਹੋਰੀ ਆਏ, ਬੜੀ ਪਾਵਰਫੁਲ
ਔਰਤ ਵਜੋਂ ਉੱਭਰੇ। ਇਸ ਵਾਰੀ ਉਹਨਾਂ ਦਾ ਵੋਟ ਬੈਂਕ ਤੁਸੀਂ ਚੈੱਕ ਕਰਨਾ, ਹੈਰਾਨ ਹੋ ਜਾਓਗੇ। ਜੀ, ਇੱਕ ਸੀਟ ਲੱਭੀ ਉਹਨੂੰ ਉੱਥੇ। ਬਿਲਕੁਲ। ਔਰ ਇਹੀ ਹਾਲ ਪੰਜਾਬ ਦੇ ਵਿੱਚ ਹੋ ਗਿਆ, ਜਿੱਥੋਂ ਪਾਰਟੀ ਨੇ ਜਨਮ ਲਿਆ ਸੀ, ਜੀ, ਉੱਥੇ ਵੀ ਉਹਦਾ ਵੋਟ ਬੈਂਕ ਜਿਹੜਾ ਉਹ 1.5% ਦੇ ਕਰੀਬ ਰਹਿ ਗਿਆ। ਜੀ, ਕੀ ਕਾਰਨ ਰਿਹਾ? ਜਿਹੜਾ ਇਹ ਸਮਾਜ ਹੈ, ਦਲਿਤ ਸਮਾਜ ਹੈ, ਜਿਹਦੇ ਉੱਤੇ ਰਾਜਨੀਤੀ ਮਾਇਆਵਤੀ ਹੁਰੀ ਕਰਦੇ ਆ, ਉਹ ਤਾਂ ਸਭ ਤੋਂ ਵੱਡੀ ਗਿਣਤੀ ਉਹਦੀ ਕਿਸੇ ਸੂਬੇ ਦੇ ਵਿੱਚ ਜਿੱਥੇ ਹੈ ਵੋਟ ਬੈਂਕ ਦੇ ਲਿਹਾਜ਼ ਦੇ ਨਾਲ, ਉਹ ਤਾਂ ਪੰਜਾਬ ਹੈ। ਜੀ, ਉਹਨਾਂ ਨੂੰ ਅਜੇ ਵੀ ਨਹੀਂ ਇਹ ਸਮਝ ਆ ਰਿਹਾ ਕਿ ਉਹ ਕਿੱਥੇ ਗਿਆ ਵੋਟ ਬੈਂਕ, ਉਹਨਾਂ ਦਾ ਕਿਉਂ ਦੂਰ ਹੋਇਆ। ਖਾਸ ਤੌਰ ਦੇ ਉੱਤੇ ਜਿਹੜੀਆਂ ਵੇਖਣ ਵਾਲੀਆਂ ਗੱਲਾਂ ਨੇ ਜਿਹਦੇ ਉੱਤੇ ਵਿਚਾਰ ਪਰ ਵਿਚਾਰ ਕਦੀ ਹੁੰਦਾ ਨਹੀਂ। ਬਹੁਜਨ ਸਮਾਜ ਪਾਰਟੀ ਦੇ ਅੰਦਰ ਕਦੇ ਕੋਈ ਵਿਚਾਰ ਨਹੀਂ ਹੁੰਦਾ। ਕੋਈ ਮੰਥਨ ਕੀਤੇ ਤੋਂ ਬਿਨਾਂ ਅੱਜ ਸਾਰੇ ਜਿਹੜੇ ਢਾਂਚੇ ਸੀ ਉਹ ਭੰਗ ਕਰ ਦਿੱਤੇ ਗਏ। ਉਂਝ ਵੈਸੇ ਜਿਹੜੇ ਇੱਥੇ ਪੰਜਾਬ ਇਕਾਈ ਵਾਲੇ ਪ੍ਰਧਾਨ ਨੇ ਜਸਵੀਰ ਸਿੰਘ ਗੜੀ, ਜਿਹੜੇ ਕਿ ਚੋਣ ਹਾਰ ਗਏ, ਉਹਨਾਂ ਨੂੰ ਰੱਖ ਲਿਆ ਗਿਆ, ਭਾਵ ਕਿ ਉਹਨਾਂ ਨੂੰ ਨਹੀਂ ਹਟਾਇਆ ਗਿਆ। ਹਾਲਾਂਕਿ ਜਸਵੀਰ ਸਿੰਘ ਗੜੀ ਹੁਰੀ ਮੈਨੂੰ ਨਹੀਂ ਲੱਗਦਾ ਕਿ ਉਹ ਜ਼ਿੰਮੇਵਾਰ ਨੇ ਮੌਜੂਦਾ ਬਹੁਜਨ ਸਮਾਜ ਪਾਰਟੀ ਦੇ ਹਸ਼ਰ ਦੇ ਵਾਸਤੇ। ਉਹ ਕੁਝ ਸਮਾਂ ਪਹਿਲਾਂ ਲਾਏ ਗਏ, ਬਹੁਤ ਸਾਰੇ ਪਹਿਲਾਂ ਜਿਹੜੇ ਸੀ ਉਹਨਾਂ ਦੀ ਜ਼ਿਆਦਾ ਰਿਸਪੌਂਸਿਬਿਲਿਟੀ ਕਹੀ ਜਾ ਸਕਦੀ ਹੈ ਬਹੁਜਨ ਸਮਾਜ ਪਾਰਟੀ ਨੂੰ ਇੱਥੋਂ ਤੱਕ ਲਿਆਉਣ ਲਈ, ਪਰ ਉਹਨਾਂ ਨੂੰ ਕਦੀ ਕੰਮ ਵੀ ਨਹੀਂ ਖੁੱਲ੍ਹ ਕੇ ਕਰਨ ਦਿੱਤਾ ਗਿਆ। ਚਾਹੇ ਉਹ ਕਰੀਮਪੁਰੀ ਸਨ, ਚਾਹੇ ਉਹਨਾਂ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਆਉਣ ਵਾਲੇ ਜਿਹੜੇ ਸਨ। ਹੌਲੀ ਹੌਲੀ ਕਰਦਿਆਂ ਪਾਰਟੀ ਹਾਸ਼ੀਏ ਦੇ ਉੱਤੇ ਤੁਰੀ ਜਾਂਦੀ ਰਹੀ। ਅੱਜ ਹਾਲਾਤ ਇਹ ਬਣ ਗਏ, ਹੋ ਸਕਦਾ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਨਹੀਂ ਇਹ ਸੱਚ ਨਹੀਂ ਗਾ। ਮੇਰੀ ਜਾਚੇ ਜਿੰਨਾ ਕਿ ਮੈਨੂੰ ਸਮਾਂ ਹੋ ਗਿਆ ਇਸ ਖੇਤਰ ਦੇ ਵਿੱਚ, ਕੁਝ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ। ਅਕਾਲੀ ਦਲ ਬਾਦਲ ਦਾ ਉੱਠ ਸਕਣਾ ਬਹੁਤ ਔਖਾ ਜੀ। ਇਹ ਹੋ ਸਕਦਾ ਕਿਸੇ ਪੌੜੀ ਕਸੈਲੀ ਗੱਲ ਲੱਗੇ, ਇਹ ਪੋਸੀਬਲ ਨਹੀਂ ਹੋ ਸਕਣਾ। ਹੁਣ ਸ਼੍ਰੋਮਣੀ ਅਕਾਲੀ ਦਲ ਰਿਵਾਈਜ਼ ਹੋਊਗਾ ਕਿਸੇ ਵੇਲੇ, ਉਹ ਕਿਸੇ ਹੋਰ ਰੂਪ ਦੇ ਵਿੱਚ ਹੋਊਗਾ, ਉਹਦੇ ਵਿੱਚ ਉਹ ਲੈਸ ਦੈਨ ਬਾਦਲ ਹੋਊਗਾ, ਮਤਲਬ ਕਿ ਬਾਦਲਾਂ ਤੋਂ ਬਿਨਾਂ ਹੋਊਗਾ। ਉਹ ਸ਼੍ਰੋਮਣੀ ਅਕਾਲੀ ਦਲ ਹੋਊਗਾ, ਅਕਾਲੀ ਦਲ ਬਾਦਲ ਨਹੀਂ। ਜਦੋਂ ਵੀ ਕਿਤੇ ਉਹ ਰਿਵਾਈਜ਼ ਹੋਊਗਾ ਅਕਾਲੀ ਦਲ ਬਾਦਲ ਨਹੀਂ ਉੱਠ ਸਕਦਾ ਪੰਜਾਬ ਦੇ ਵਿੱਚ। ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਨਹੀਂ ਉੱਠ ਸਕਦੀ, ਇਹ ਐਕਸੈਪਟ ਕਰ ਲੈਣਾ ਚਾਹੀਦਾ। ਉਹਨਾਂ ਦੇ ਚਾਹੁਣ ਵਾਲੇ ਜਿਹੜੇ ਨੇ ਉਹ ਕੁਝ ਜ਼ਿਆਦਾ ਤੱਤੇ ਹੋ ਜਾਂਦੇ ਆ। ਇਹ ਰਿਐਲਿਟੀ ਆ ਕਿ ਉਹ ਹੁਣ ਉੱਠ ਨਹੀਂ ਸਕਦੇ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਪਰਿਵਾਰ ਦਾ ਜਿੰਨੇ ਵੀ ਇਹ ਛੋਟੇ ਮੋਟੇ ਅਕਾਲੀ ਦਲ ਬਣੇ, ਇਹ ਦੁਬਾਰਾ ਨਹੀਂ ਉੱਠ ਸਕਦੇ। ਬਹੁਜਨ ਸਮਾਜ ਪਾਰਟੀ ਭਾਰਤੀ ਰਾਜਨੀਤੀ ਦੇ ਵਿੱਚ ਦੁਬਾਰਾ ਨਹੀਂ ਉੱਠ ਸਕਦੀ। ਮੇਰੀ ਗੱਲ ਨੋਟ ਰੱਖਣਾ, ਕੌਣ ਕੱਲ ਨੂੰ ਹੁੰਦਾ ਕੌਣ ਨਹੀਂ ਹੁੰਦਾ, ਇਹ ਸਮਝ ਲਓ ਕਿ ਇਹ ਉਹਦੀ ਇੱਕ ਕਿਸਮ ਦੇ ਨਾਲ ਜਿਹੜੀ ਮਾੜੀ ਮੋਟੀ ਹਾਜ਼ਰੀ ਲੱਗਦੀ ਸੀ, ਉਹਦੀ ਲਾਸਟ ਹਾਜ਼ਰੀ ਹੋ ਸਕਦੀ ਹੈ। ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਏਡੇ ਵੱਡੇ ਸੂਬੇ ਦੇ ਵਿੱਚ ਜਿੱਥੇ ਦਲਿਤ ਸਮਾਜ ਦੀ ਇੱਕ ਬਹੁਤ ਵੱਡੀ ਗਿਣਤੀ ਆ, ਉੱਥੇ ਇੱਕ ਸੀਟ ਦੇ ਉੱਤੇ ਸਿਮਟ ਗਈ। ਜਿਹੜੀ ਕਿ ਪੰਜਾਬ ਦੇ ਵਿੱਚ ਜਿੱਥੇ ਏਡੀ ਵੱਡੀ ਗਿਣਤੀ ਆ, ਉੱਥੇ ਇੱਕ ਸੀਟ ਦੇ ਉੱਤੇ ਸਿਮਟ ਗਈ, ਉਹ ਵੀ ਅਕਾਲੀ ਦਲ ਬਾਦਲ ਦੇ ਨਾਲ ਸਮਝੌਤਾ ਕਰਨ ਤੋਂ ਬਾਅਦ। ਤਾਂ ਉਹਦਾ ਕੀ ਭਵਿੱਖ ਹੋ ਸਕਦਾ? ਮੇਰੀ ਜਾਚੇ ਕੋਈ ਭਵਿੱਖ ਉਹਦਾ ਨਹੀਂ ਗਾ। ਉਹਦਾ ਰੀਜ਼ਨ ਇਹੀ ਆ ਕਿ ਜਦੋਂ ਹਾਰਾਂ ਹੋਈਆਂ, ਇਹਨਾਂ ਨੇ ਕਦੇ ਵੀ ਸੈਲਫ ਐਨਾਲਿਸਿਸ ਨਹੀਂ ਕੀਤਾ। ਜਿਹੜਾ ਵਿਅਕਤੀ ਸੈਲਫ ਐਨਾਲਿਸਿਸ ਨਹੀਂ ਕਰ ਸਕਦਾ, ਜਿਹੜੀ ਪਾਰਟੀ ਸੈਲਫ ਐਨਾਲਿਸਿਸ ਨਹੀਂ ਕਰ ਸਕਦੀ, ਉਹ ਬਹੁਤੀ ਦੇਰ ਨਹੀਂ ਜਿਹੜਾ ਉਹ ਸਰਵਾਈਵ ਕਰ ਸਕਦੀ। ਇਹ ਇੱਕ ਰਿਐਲਿਟੀ ਆ ਔਰ ਇਸ ਰਿਐਲਿਟੀ ਨੂੰ ਸਮਝਣਾ ਪਊਗਾ। ਔਰ ਜਿੰਨੀ ਦੇਰ ਤੱਕ, ਕਿਉਂਕਿ ਲੀਡਰਸ਼ਿਪ ਇਹਨਾਂ ਨੂੰ ਛੱਡ ਕੇ ਕਿਉਂ ਜਾਂਦੀ ਰਹੀ ਸਮੇਂ ਦੇ ਉੱਤੇ, ਚਾਹੇ ਉੱਤਰ ਪ੍ਰਦੇਸ਼ ਵਾਲੀ ਆ ਚਾਹੇ ਉਹ ਪੰਜਾਬ ਵਾਲੀ ਆ, ਉਹਦਾ ਕਾਰਨ ਇਹੀ ਸੀਗਾ ਕਿ ਉਹ ਲੋਕ ਇਹ ਸਮਝਦੇ ਕਿ ਨਹੀਂ, ਜਿਹੜੇ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਉਸ ਤਰੀਕੇ ਨਾਲ ਕੰਮ ਨਹੀਂ ਕੀਤਾ ਜਾ ਸਕਦਾ। ਇਹ ਸਮਝਿਆ ਜਾ ਸਕਦਾ ਕਿ ਬੀਬੀ ਮਾਇਆਵਤੀ ਹੋਰਾਂ ਦਾ ਐਗਜ਼ਿਟ ਭਾਰਤ ਦੀ ਰਾਜਨੀਤੀ ਚੋਂ ਹੋ ਗਿਆ। ਪੰਨੂ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਆ। ਸਾਡੇ ਬਹੁਤ ਸਾਰੇ ਦਰਸ਼ਕ ਇਸ ਗੱਲ ਬਾਰੇ ਸ਼ਾਇਦ ਥੋੜ੍ਹੇ ਲੋਕ ਜਾਣਦੇ ਹੋਣਗੇ, ਬਹੁਤੇ ਲੋਕ ਨਹੀਂ ਜਾਣਦੇ ਹੋਣਗੇ ਕਿ 1971 ਦੇ ਵਿੱਚ ਬਾਬੂ ਕਾਂਸ਼ੀ ਰਾਮ ਨੇ ਇੱਕ ਐਸੋਸੀਏਸ਼ਨ ਬਣਾਈ ਸੀ ਜਿਹਦਾ ਨਾਮ ਸੀ ਆਲ ਇੰਡੀਆ ਬੈਕਵਰਡ ਐਂਡ ਮਾਈਨੋਰਿਟੀ ਕਮਿਊਨਿਟੀ EMPLOYEE ਫੈਡਰੇਸ਼ਨ। 6 ਦਸੰਬਰ 1978 ਨੂੰ ਉਹਦੀ ਪਹਿਲੀ ਕਨਵੋਕੇਸ਼ਨ ਕੀਤੀ ਗਈ, ਜਿਹਨੂੰ ਅਸੀਂ ਬਾਮਸੇਫ ਦੇ ਨਾਮ ਨਾਲ ਜਾਣਦੇ ਹਾਂ। ਉਸ ਤੋਂ ਬਾਅਦ ਫਿਰ 1984 ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੇ ਹੀ ਜਨਮ ਦਿਨ ਵਾਲੇ ਦਿਨ 14 ਅਪ੍ਰੈਲ ਨੂੰ ਇਹ ਪਾਰਟੀ ਸ਼ੁਰੂ ਕੀਤੀ। ਪਰ ਗੱਲ ਤੁਹਾਡੀ ਠੀਕ ਆ ਕਿ ਸੱਤਾ ਦੇ ਵਿੱਚ ਆ ਕੇ ਫਿਰ ਕਦੋਂ ਸਾਡੇ ਹੱਥ ਪਿੱਛੋਂ ਦੀ ਮਿਲ ਜਾਂਦੇ ਆ, ਚਾਹੇ ਉਹ BJP ਦੀ ਸਰਕਾਰ ਹੋਵੇ ਤੇ ਚਾਹੇ ਕਾਂਗਰਸ ਦੀ ਹੋਵੇ। ਯੂਪੀ ਦੇ ਵਿੱਚ ਇਸ ਵਾਰ ਜਿਹੜਾ ਉਹਨਾਂ ਨੇ ਸਰੈਂਡਰ ਕੀਤਾ, ਉਹਦੇ ਨਾਲ ਦੀ ਨਾਲ ਮਾਇਆਵਤੀ ਤੇ ਜਿਹੜੇ ਤੁਸੀਂ ਦੱਸੀ ਗੱਲ ਕਿ ਉਹ
ਕਾਂਸ਼ੀ ਰਾਮ ਦੇ ਨਾਲ ਉਹਨਾਂ ਦੇ ਬਾਅਦ ਦੇ ਸਬੰਧ ਤੇ ਉਹਨਾਂ ਦੀਆਂ ਜਿਹੜੀ ਮੌਤ ਤੱਕ ਦੀ ਕਹਾਣੀਆਂ, ਉਹਨਾਂ ਦੇ ਆਪਣੇ ਜਨਮ ਦਿਨ ਮਨਾਉਣ ਦੀਆਂ ਕਹਾਣੀਆਂ, ਨੋਟਬੰਦੀ ਦੇ ਦੌਰਾਨ ਬੀਜੇਪੀ ਨਾਲ ਉਹਨਾਂ ਦੀ ਸੱਠ-ਗੱਠ ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ, ਉਹ ਭਾਵੇਂ ਤੁਸੀਂ ਜਿੱਦਾਂ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਕਦੇ ਵੀ ਰਿਵੀਲ ਨਹੀਂ ਹੁੰਦੀਆਂ, ਪਰ ਲੋਕਾਂ ਨੂੰ ਉਹਨਾਂ ਚੀਜ਼ਾਂ ਦੀ ਜਿਹੜੀ ਸੁਗਬਗਾਹਟ ਆ ਜਾਂ ਜਿਹੜੀ ਅਸਲ ਗੱਲ ਆ ਉਹ ਸਾਹਮਣੇ ਆ ਹੀ ਜਾਂਦੀ ਆ। ਤੇ ਉਹ ਸਾਰੀਆਂ ਚੀਜ਼ਾਂ ਫਿਰ ਜਦੋਂ ਲੋਕ ਸਾਹਮਣੇ ਰੱਖਦੇ ਨੇ, ਵੋਟਾਂ ਵਾਲੇ ਦਿਨ ਆਪਣਾ ਫੈਸਲਾ ਕਰਦੇ ਨੇ, ਤੇ ਫਿਰ ਇਹੋ ਜਿਹੇ ਹੀ ਰਿਜ਼ਲਟ ਆਉਂਦੇ ਨੇ। ਪਰ ਇੱਕ ਗੱਲ ਫਿਰ ਮੰਨਣੀ ਪਊਗੀ ਕਿ ਜਿਸ ਸੋਚ ਦੇ ਨਾਲ ਇਸ ਪਾਰਟੀ ਨੂੰ ਸ਼ੁਰੂ ਕੀਤਾ ਗਿਆ ਸੀ ਤੇ ਜਿਸ ਅੰਜਾਮ ਤੇ ਉਹ ਪਹੁੰਚੀ ਆ, ਇੱਥੋਂ ਲੱਗਦਾ ਹੈ ਕਿ ਸਿਆਸਤ ਦੇ ਵਿੱਚ ਬਹੁਤ ਕੁਝ ਨਵਾਂ ਤੇ ਬਹੁਤ ਕੁਝ ਚੰਗਾ ਹੋਣਾ ਹਾਲੇ ਬਾਕੀ ਆ। ਲੈਂਦੇ ਆ ਇੱਕ ਹੋਰ ਬ੍ਰੇਕ ਤੇ ਕਰਦੇ ਆ ਫਿਰ ਵਿਚਾਰ ਚਰਚਾ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਬਨੂ ਸਾਹਿਬ, ਅਸੀਂ ਗੱਲਾਂ ਚੰਡੀਗੜ੍ਹ ਦੀਆਂ ਵੀ ਕਰ ਲਈਆਂ ਤੇ ਬਸਪਾ ਜਾਂ ਬਹੁਜਨ ਸਮਾਜ ਪਾਰਟੀ ਦੀਆਂ ਵੀ। ਪੰਜਾਬ ਦੀ ਨਵੀਂ ਸਰਕਾਰ ਬਣੀ ਆ ਤੇ ਅੱਜ ਫਿਰ ਇੱਕ ਨਵਾਂ ਐਲਾਨ ਇਹਨਾਂ ਨੇ ਕਰ ਦਿੱਤਾ। ਮੈਨੂੰ ਆਪਣੇ ਆਪ ਨੂੰ ਇਦਾਂ ਲੱਗਦਾ ਕਿ ਐਲਾਨ ਕਰਨ 'ਚ ਕਾਹਲੀ ਕਰਦੇ ਨੇ ਤੇ ਬਾਅਦ ਵਿੱਚ ਇਹ ਜ਼ਰੂਰ ਕਹਿੰਦੇ ਨੇ ਕਿ ਜਿਹੜੀ ਪੂਰੀ ਰੂਪ ਰੇਖਾ ਆ ਉਹ ਥੋੜ੍ਹੇ ਦਿਨ ਬਾਅਦ ਦੱਸਾਂਗੇ। ਘਰ ਘਰ ਰਾਸ਼ਨ ਪਹੁੰਚਾਉਣ ਦੀ ਗੱਲ ਅਸੀਂ ਪਹਿਲੀ ਵਾਰ ਦਿੱਲੀ ਤੋਂ ਸੁਣੀ ਸੀ ਤੇ ਹੁਣ ਇਹ ਪੰਜਾਬ ਵਿੱਚ ਰੂਪਮਾਨ ਹੋਣ ਜਾ ਰਹੀ ਆ। ਦੱਸਿਓ ਜੀ ਜਰਾ ਤਫਸੀਲ ਇਹਦੀ ਕੀ ਆ ਤੇ ਸਾਡੇ ਸ਼ੰਕੇ ਵੀ ਨਿਵਰਤ ਕਰੋ। ਦੇਖੋ, ਚਾਹੇ ਉਹ 25,000 ਨੌਕਰੀਆਂ ਵਾਲੀ ਗੱਲ ਹੋਵੇ ਤੇ ਚਾਹੇ 35,000 ਕੱਚੇ ਵਰਕਰਾਂ ਨੂੰ ਪੱਕੇ ਕਰਨ ਵਾਲੀ ਗੱਲ ਹੋਵੇ, ਚਾਹੇ ਇੱਕ ਵਿਧਾਨਕਾਰ ਇੱਕ ਪੈਨਸ਼ਨ ਵਾਲੀ ਗੱਲ ਹੋਵੇ, ਤੇ ਚਾਹੇ ਇਹ ਘਰ ਘਰ ਇਹ ਆਟਾ ਦਾਲ ਹੈ ਉਹ ਪਹੁੰਚਾਉਣ ਵਾਲੀ ਗੱਲ ਹੋਵੇ, ਜਦੋਂ ਤੁਸੀਂ ਕਿਸੇ ਚੀਜ਼ ਦਾ ਐਲਾਨ ਕਰਦੇ ਹੋ ਤੇ ਫਿਰ ਉਹਦੇ ਉੱਤੇ ਕੰਮ ਹੋਣਾ ਸ਼ੁਰੂ ਹੋ ਜਾਂਦਾ ਹੈ। ਬਿਲਕੁਲ, ਇਟ ਟੇਕਸ ਟਾਈਮ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਇੱਕ ਦਿਨ ਦੇ ਵਿੱਚ ਤੁਸੀਂ ਇਹ ਕਹੋ ਕਿ ਕੋਈ ਐਲਾਨ ਹੋ ਗਿਆ ਤੇ ਉਹਨੂੰ ਇੰਪਲੀਮੈਂਟ ਨਾਲ ਦੀ ਨਾਲ ਉਹ ਹੋ ਜੇ। ਅਕਸਰ ਜੇ ਤੁਸੀਂ ਇਹਨਾਂ ਸਾਰੇ ਐਲਾਨਾਂ ਨੂੰ ਦੇਖਦੇ ਹੋ, ਦਿਨੇ 4 ਦੀ ਮੈਂ ਜ਼ਿਕਰ ਕੀਤਾ ਮੇਨ ਤੌਰ ਦੇ ਉੱਤੇ, 25,000 ਨੌਕਰੀਆਂ ਵਾਲੀ ਗੱਲ, 35,000 ਕੱਚੇ ਕਾਮੇ ਪੱਕੇ ਕਰਨ ਵਾਲੀ ਗੱਲ ਹੋ, ਤੇ ਚਾਹੇ ਹੋਵੇ ਇੱਕ ਵਿਧਾਨਕਾਰ ਇੱਕ ਪੈਨਸ਼ਨ, ਤੇ ਚਾਹੇ ਅੱਜ ਜਿਹੜਾ ਹੋਮ ਡਿਲੀਵਰੀ ਵਾਲੀ ਜਿਹੜੀ ਗੱਲ, ਇਸ ਤਰ੍ਹਾਂ ਦੇ ਐਲਾਨ ਅਕਸਰ ਪਾਰਟੀਆਂ ਉਦੋਂ ਕਰਦੀਆਂ ਨੇ ਜਦੋਂ ਚੋਣਾਂ ਦਾ ਵਰ੍ਹਾ ਹੁੰਦਾ, ਉਹ ਦੁਬਾਰਾ ਵੋਟਾਂ ਲੈ ਸਕਣ। ਇਹ ਥੋੜੀ ਨਵੇਕਲੀ ਗੱਲ ਹੈ ਕਿ ਜਿਹੜੀ ਪਾਰਟੀ ਨੂੰ ਜਿੱਤਿਆ ਨੂੰ ਅਜੇ ਕੁਝ ਦਿਨ ਹੋਏ ਆ, ਅਜੇ ਮਹੀਨਾ ਵੀ ਨਹੀਂ ਹੋਇਆ, 15 ਦਿਨ ਮਸੀਂ ਹੋਏ ਆ, ਉਹ ਪਾਰਟੀ ਇਸ ਤਰ੍ਹਾਂ ਦੇ ਐਲਾਨ ਕਰ ਰਹੀ ਆ, ਉਹ ਸਰਕਾਰ ਇਸ ਤਰ੍ਹਾਂ ਦੇ ਐਲਾਨ ਕਰ ਰਹੀ ਆ। ਦੇਖੋ, ਜੇ ਇਹ ਇੰਪਲੀਮੈਂਟ ਨਾ ਹੋ ਸਕੇ ਤੇ ਲੋਕ ਬਹੁਤ ਕਾਹਲੇ ਨੇ। ਇਟ ਮੀਨਸ ਕਿ ਪਾਰਟੀ ਨੇ ਕੁਛ ਨਾ ਕੁਛ ਸੋਚ ਕੇ ਹੀ ਇਹ ਐਲਾਨ ਕੀਤੇ ਨੇ ਨਾ ਕਿ ਅਗਲਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆਉਣਾ ਉਹਦੇ ਵਿੱਚ ਇਹਨਾਂ ਦੇ ਉੱਤੇ ਸਹੀ ਪਵਾਈ ਜਾਊਗੀ, ਇਹਨਾਂ ਮਾਮਲਿਆਂ ਦੇ ਉੱਤੇ, ਕਿਉਂਕਿ ਇਹਨਾਂ ਨੂੰ ਇੰਪਲੀਮੈਂਟ ਉਹਨਾਂ ਨੇ ਕਰਵਾਉਣਾ ਜੀ। ਇਸ ਕਰਕੇ, ਔਰ ਦੂਸਰਾ, ਦਿੱਲੀ ਦੇ ਵਿੱਚ ਇਹ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਬਕਾਇਦਾ ਤੌਰ ਦੇ ਉੱਤੇ ਇਹਦੀ ਸ਼ੁਰੂਆਤ ਕਰਤੀ ਸੀਗੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਦਿਨ ਜਿਹੜਾ ਸੀ ਵੀ ਇਸ ਤਰੀਕੇ ਨਾਲ ਹੋਊਗਾ, ਪਰ ਕੇਂਦਰ ਦੀ ਸਰਕਾਰ ਨੇ ਇਹਦੇ ਉੱਤੇ ਰੋਕ ਲਾਤੀ, ਔਰ ਰੋਕ ਲਾ ਕੇ ਜਿਹੜੇ ਲੈਫਟੀਨੈਂਟ ਗਵਰਨਰ ਸੀ ਉਹਦੇ ਰਾਹੀਂ ਇਹ ਕਿਹਾ ਨਹੀਂ ਇਹ ਸਕੀਮ ਇਸ ਤਰ੍ਹਾਂ ਦੀ ਲਾਗੂ ਨਹੀਂ ਹੋ ਸਕਦੀ। ਹੁਣ ਇਹਦੇ ਪਿੱਛੇ ਕੀ ਕਾਰਨ ਸੀਗਾ, ਕਿਉਂ ਨਹੀਂ ਲਾਗੂ ਹੋ ਸਕਦੀ, ਇਹ ਵੱਡਾ ਸਵਾਲ ਸੀਗਾ। ਕਿਉਂ ਨਹੀਂ ਲਾਗੂ ਹੋ ਸਕਦੀ? ਬਿਲਕੁਲ ਹੋ ਸਕਦੀ ਆ, ਜਿਹੜਾ ਤਾਂ ਕਿ ਇਹਦੇ ਨਾਲ ਲਾਈਨਾਂ ਦੇ ਵਿੱਚ ਲੋਕ ਲੱਗਣ ਤੋਂ ਹਟਣ। ਅੱਛਾ, ਇੱਥੇ ਹੁਣ ਲਾਈਨਾਂ 'ਚ ਲੱਗਦੇ ਕਿਹੜੇ ਲੋਕ ਨੇ? ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਆ ਜਾਂ ਮਜ਼ਦੂਰੀ ਦਾ ਕੰਮ ਕਰਦੇ ਆ ਜੀ, ਉਹਨਾਂ ਨੂੰ ਜਦੋਂ ਲਾਈਨ ਦੇ ਵਿੱਚ ਲੱਗਣਾ ਪੈਂਦਾ, ਜਿਹੜੇ ਘਰਾਂ 'ਚ ਕੰਮ ਕਰਨ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਤੁਸੀਂ ਕੰਮ ਦੇ ਉੱਤੇ ਟਾਈਮ ਨਾਲ ਕਿਉਂ ਨਹੀਂ ਆਏ? ਜੇ ਉੱਥੇ ਲਾਈਨ ਦੇ ਉੱਤੇ ਨਹੀਂ ਲੱਗਦੇ ਤਾਂ ਉਹਨਾਂ ਨੂੰ ਸਸਤਾ ਰਾਸ਼ਨ ਨਹੀਂ ਮਿਲਦਾ। ਉਹੀ ਹਾਲਾਤ ਜਿਹੜਾ ਦਿਹਾੜੀ ਕਰਨ ਵਾਲਾ ਮਜ਼ਦੂਰ ਆ ਉਹਨੂੰ ਹੈ। ਡੀਪੂ ਸਿਸਟਮ ਜਿਹੜਾ ਨਾ ਉਹ ਓਵਰਆਲ ਮੰਗਦਾ, ਬਿਲਕੁਲ, ਔਰ ਬੜਾ ਇਹ ਵਾਹ ਪੈਂਦਾ ਜੀ ਇਹਨਾਂ ਦੇ ਨਾਲ। ਇੱਥੇ ਜਿਹੜੇ ਲੋਕ ਨੇ, ਮੈਂ ਹਮੇਸ਼ਾ ਉਹਨਾਂ ਲੋਕਾਂ ਦੀ ਮਦਦ ਕਰਦਾ ਜੀ, ਹਮੇਸ਼ਾ, ਜਿਹੜੇ ਕਹਿੰਦੇ ਨੇ ਕਿ ਫਲਾਨਾ ਡੀਪੂ ਵਾਲਾ ਤੰਗ ਕਰ ਰਿਹਾ, ਉਹ ਗੇੜੇ ਮਰਾਉਂਦੇ ਨੇ ਜੀ 5-5 6-6। ਈਵਨ ਕੱਲ 2 ਡੀਪੂ ਵਾਲਿਆਂ ਨਾਲ ਜਿਹੜੀ ਉਹ ਗੱਲ ਕੀਤੀ ਹੈ ਕਿ ਇਹ ਮਤਲਬ ਕਿ ਇਹਨਾਂ ਲੋਕਾਂ ਨੂੰ ਤੁਸੀਂ ਪਰੇਸ਼ਾਨ ਕਿਸ ਚੀਜ਼ ਦੇ ਵਾਸਤੇ ਕਰ ਰਹੇ ਹੋ? ਸਵੇਰੇ ਆ ਜਾਓ, ਦੁਪਹਿਰੇ ਆ ਜਾਓ, ਸ਼ਾਮ ਨੂੰ ਆ ਜਾਓ, ਅਜੇ ਪਿੱਛੋਂ ਕਣਕ ਨਹੀਂ ਆਈ, 2 ਦਿਨਾਂ ਨੂੰ ਦੱਸਾਂਗੇ, ਐਤਕੀ ਤੁਹਾਡਾ ਨਾਮ ਉਸ ਡੀਪੂ 'ਚ ਪਾ ਦਿੱਤਾ ਗਿਆ, ਉੱਥੋਂ ਕੱਢ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਪਾ ਦਿੱਤਾ ਗਿਆ। ਇਹ ਓਵਰਆਲ ਮੰਗਦਾ
ਕਿ ਇਹਨੂੰ ਦੁਬਾਰਾ ਤੋਂ ਜਿਹੜਾ ਉਹ ਰੀਆਰਗੇਨਾਈਜ਼ ਕੀਤਾ ਜਾਵੇ, ਸਾਰੇ ਢਾਂਚੇ ਨੂੰ। ਡੀਪੂ ਸਿਸਟਮ ਪੁਰਾਣਾ ਹੋ ਗਿਆ। ਉਹੀ ਆਪਾਂ ਨੂੰ ਯਾਦ ਹੈ ਬਚਪਨ ਵਾਲੇ ਸਮੇਂ ਦੇ ਉੱਤੇ ਡੀਪੂ ਕਿਸ ਤਰ੍ਹਾਂ ਦੇ ਹੁੰਦੇ ਸੀ, ਉਹਨਾਂ ਦਾ ਐਟੀਟਿਊਡ ਦੇ ਵਿੱਚ ਕੋਈ ਫਰਕ ਨਹੀਂ ਪਿਆ ਜੀ। ਇਸ ਕਰਕੇ ਜੇ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੋਈ ਇਹਦਾ ਸਟੈਪ ਲੈਂਦੀ ਆ ਜਿਹੜਾ ਹੋਮ ਡਿਲੀਵਰੀ ਵਾਲਾ, ਤੇ ਬਿਨਾਂ ਕਿਸੇ ਸ਼ੱਕ ਦੇ ਇਹ ਢਾਂਚਾ ਵੀ ਸੁਧਰੂਗਾ ਜੀ। ਇਹਨੂੰ ਕਿਵੇਂ ਬਣਾਇਆ ਜਾਊਗਾ, ਇਹਦਾ ਉਹਨਾਂ ਨੇ ਕੋਈ ਨਾ ਕੋਈ ਬਲੂਪ੍ਰਿੰਟ ਜ਼ਰੂਰ ਤਿਆਰ ਕੀਤਾ ਹੋਊਗਾ ਕਿ ਇਸ ਤਰੀਕੇ ਦੇ ਨਾਲ ਇਹ ਘਰਾਂ ਦੇ ਵਿੱਚ ਡਿਲੀਵਰ ਕੀਤਾ ਜਾਊਗਾ। ਜਦੋਂ ਡੀਪੂਆਂ ਦੇ ਮੂਹਰੇ ਲਾਈਨਾਂ ਨਹੀਂ ਲੱਗਣਗੀਆਂ, ਲੋਕਾਂ ਦਾ ਸਮਾਂ ਬਚੂਗਾ। ਤੇ ਕਿਉਂਕਿ ਦਿੱਲੀ ਦੇ ਵਿੱਚ ਹੋਣ ਨਹੀਂ ਦਿੱਤਾ, ਦਿੱਲੀ ਅੱਧ ਪਚੱਧਾ ਜਿਹਾ ਰਾਜ ਹੈ ਤੇ ਉੱਥੇ LG ਨਹੀਂ ਹੋਣ ਦਿੰਦਾ। ਪੰਜਾਬ ਜਿਹੜਾ ਉਹ ਫੁੱਲ ਫਲੈਜ ਸੂਬਾ, ਜਦੋਂ ਇੱਥੇ ਹੋਊਗਾ ਤੇ ਬਿਨਾਂ ਕਿਸੇ ਸ਼ੱਕ ਦੇ ਫਿਰ ਦੂਜੇ ਸੂਬਿਆਂ ਦੇ ਵਿੱਚ ਵੀ ਇਹ ਗੱਲ ਚੱਲੂਗੀ ਜੀ। ਜਿਵੇਂ ਦਿੱਲੀ ਦੇ ਸਕੂਲਾਂ ਦੀ ਜੇ ਗੱਲ ਚੱਲਦੀ ਆ ਜਾਂ ਦਿੱਲੀ ਦੇ ਹਸਪੀਟਲਾਂ ਦੀ ਗੱਲ ਚੱਲਦੀ ਆ, ਤੇ ਇਹਦੀ ਵੀ ਤਾਂ ਗੱਲ ਜਿਹੜੀ ਉਹ ਚੱਲ ਸਕਦੀ ਹੈ ਨਾ। ਜੋ ਕੁਝ ਦਿੱਲੀ ਦੇ ਵਿੱਚ ਨਹੀਂ ਹੋ ਸਕਿਆ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕਰਨਾ ਚਾਹੁੰਦੀ ਹੈ। ਇਹ ਕਿਹਾ ਗਿਆ ਜੀ ਕਿ ਡਿਜੀਟਲ ਤੌਰ ਦੇ ਉੱਤੇ ਜਦੋਂ ਸਾਰੀਆਂ ਚੀਜ਼ਾਂ ਪਹੁੰਚ ਰਹੀਆਂ ਨੇ, ਤੇ ਫਿਰ ਇਹ ਰਾਸ਼ਨ ਲੋਕਾਂ ਦਾ ਉਹ ਘਰਾਂ ਦੇ ਵਿੱਚ ਡਿਜੀਟਲ ਤਰੀਕੇ ਦੇ ਨਾਲ ਕਿਉਂ ਨਹੀਂ ਜਿਹੜਾ ਉਹ ਪਹੁੰਚ ਸਕਦਾ। ਇਹ ਵੀ ਕਿਹਾ ਕਿ ਜਿਹੜੇ ਆਫੀਸਰ ਨੇ ਉਹ ਫੋਨ ਕਰਕੇ ਪੁੱਛਣਗੇ ਕਿ ਤੁਸੀਂ ਕਿੰਨੇ ਵਜੇ ਘਰੇ ਹੋਵੋਗੇ, ਜੇ ਤੁਹਾਨੂੰ ਰਾਸ਼ਨ ਦੇ ਕੇ ਜਾਣਾ, ਜੇ ਤੁਹਾਡੇ ਡੀਪੂ ਨਜ਼ਦੀਕ ਆ ਤੁਸੀਂ ਲਿਆ ਸਕਦੇ ਆ, ਤੇ ਤੁਹਾਨੂੰ ਚੋਇਸ ਦਿੱਤੀ ਜਾਊਗੀ ਫਲਾਣੇ ਜਗ੍ਹਾ ਦੇ ਉੱਤੇ ਤੁਹਾਡਾ ਰਾਸ਼ਨ ਆ ਗਿਆ, ਉੱਥੋਂ ਤੁਸੀਂ ਜਾ ਕੇ ਲੈ ਆਓ, ਤੇ ਮੁੜ ਕੇ ਤੁਸੀਂ ਉਹਦੇ ਤੇ ਦੱਸਣਾ ਕਿ ਮੈਂ ਆਪਣਾ ਰਾਸ਼ਨ ਲੈ ਆਂਦਾ। ਜਿਹੜਾ ਨਹੀਂ ਲਿਆ ਸਕਦਾ ਉਹਨਾਂ ਨੂੰ ਇਹ ਪੁੱਛਿਆ ਜਾਊਗਾ ਘਰ ਕੌਣ ਹੋਊਗਾ, ਕਿਸ ਵੇਲੇ ਤੁਸੀਂ ਘਰੇ ਹੋਣਗੇ, ਤੁਹਾਡੇ ਘਰੇ ਇਹ ਡਿਲੀਵਰ ਕੀਤਾ ਜਾਊਗਾ। ਅੱਜ ਹੋ ਸਕਦਾ ਕਿ ਕਈਆਂ ਨੂੰ ਇਹ ਲੱਗਦਾ ਹੋਵੇ ਕਿਵੇਂ ਹੋਊਗਾ, ਪਰ ਜੇ ਹੋ ਜਾਂਦਾ ਤਾਂ ਜਿਵੇਂ ਮੈਂ ਕਿਹਾ ਕਿ ਜਿਹੜੇ ਲੋਕ ਇਹਨਾਂ ਡੀਪੂਆਂ ਦੇ ਉੱਤੇ ਡਿਪੈਂਡ ਨੇ ਨਾ, ਉਹਨਾਂ ਦੇ ਟਾਈਮ ਦੀ ਸੇਵਿੰਗ ਜਿਹੜੀ ਆ ਉਹ ਬਹੁਤ ਵੱਡੀ ਗੱਲ ਹੋਊਗੀ। ਤੇ ਦੂਜੇ ਸੂਬਿਆਂ ਦੇ ਵਿੱਚ ਵੀ ਇਹਦੇ ਨਾਲ ਹਲਚਲ ਮਚੂਗੀ ਜਦੋਂ ਇਹ ਇੰਪਲੀਮੈਂਟ ਹੋ ਗਿਆ ਔਰ ਲੋਕਾਂ ਦੇ ਘਰਾਂ ਦੇ ਵਿੱਚ ਇਹ ਰਾਸ਼ਨ ਜਾਣ ਲੱਗ ਗਿਆ। ਬਿਲਕੁਲ ਤੁਸੀਂ ਠੀਕ ਦੱਸਿਆ ਪੰਨੂ ਸਾਹਿਬ। ਮੈਂ ਅੱਜ ਹੀ ਅੰਕੜੇ ਦੇਖਦਾ ਸੀਗਾ ਕਿ ਪੰਜਾਬ ਦੀ ਆਬਾਦੀ 3 ਕਰੋੜ ਹੈ ਤੇ 1 ਕਰੋੜ 43 ਲੱਖ ਲੋਕਾਂ ਨੂੰ ਇਹ ਰਾਸ਼ਨ ਜਿਹੜਾ ਦਿੱਤਾ ਜਾ ਰਿਹਾ। ਗੁਜਰਾਤ ਜਿਹਨੂੰ ਬਹੁਤ ਪੋਪੂਲਰ ਜਾਂ ਐਨਰਿਚ ਸਟੇਟ ਕਿਹਾ ਜਾਂਦਾ, ਹਾਲ ਉੱਥੇ ਵੀ ਇਸ ਤੋਂ ਚੰਗੇ ਨਹੀਂ ਹਨ। ਉੱਥੇ ਵੀ 60% ਦੇ ਵੀ ਨੇੜੇ ਤੇੜੇ ਲੋਕਾਂ ਨੂੰ ਰਾਸ਼ਨ ਜਿਹੜਾ ਆ ਉਹ ਸਸਤਾ ਮੁਹੱਈਆ ਕਰਵਾਇਆ ਜਾ ਰਿਹਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਡਿਪੂ ਸਿਸਟਮ ਨੂੰ ਓਵਰਹਾਲ ਕਰਨ ਦੀ ਲੋੜ ਆ। ਤੇ ਜੇਕਰ ਜਿਹੜੀ ਗੱਲ ਹੋ ਸਕਣ ਦੀ ਆ ਜਾਂ ਕਿਵੇਂ ਹੋਵੇਗੀ ਦੀ ਗੱਲ ਹੈ, ਬਿਲਕੁਲ ਤੁਹਾਡੀ ਗੱਲ ਫਿਰ ਇੱਕ ਵਾਰ ਦਰੁਸਤ ਹੈ ਕਿ ਅਸੀਂ ਜਦੋਂ ਚੀਜ਼ਾਂ ਨੂੰ ਦੂਰੋਂ ਦੇਖਦੇ ਹਾਂ ਉਦੋਂ ਲੱਗਦਾ ਕਿ ਇਹ ਕਿਵੇਂ ਹੋਵੇਗਾ, ਪਰ ਜੇਕਰ ਅਸੀਂ ਕਰਨ ਤੇ ਆਈਏ ਤੇ ਕੁਝ ਵੀ ਸੰਭਵ ਆ। ਮੋਦੀ ਸਾਹਿਬ ਨੇ ਬਹੁਤ ਜ਼ੋਰ ਲਾਇਆ ਇੱਕ ਦੇਸ਼ ਇੱਕ ਰਾਸ਼ਨ ਕਾਰਡ ਜਾਂ ਇੱਕ ਦੇਸ਼ ਇੱਕ ਕਾਰਡ ਦੀ ਸਕੀਮ ਦਾ, ਪਰ ਉਹ ਹਾਲੇ ਤੱਕ ਜਿਹੜੀ ਚੀਜ਼ਾਂ ਲਟਕੀਆਂ ਹੋਈਆਂ ਨੇ। ਜੇਕਰ ਆਮ ਆਦਮੀ ਪਾਰਟੀ ਕੁਝ ਅਜਿਹਾ ਕਰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਚੋਣਾਂ ਹੋਣ ਵਾਲੀਆਂ ਉਹਨਾਂ ਦੇ ਉੱਤੇ ਵੀ ਇਹਨਾਂ ਦਾ ਜ਼ਾਹਿਰ ਤੌਰ ਤੇ ਅਸਰ ਹੋਵੇਗਾ। ਤੇ ਇੱਕ ਦੂਸਰੀ ਜਿਹੜੀ ਹੁਣੇ ਤੁਸੀਂ ਗੱਲ ਪਿਛਲੇ ਸੈਗਮੈਂਟ 'ਚ ਕੀਤੀ ਆ ਕਿ ਅਸਰ ਇਹਨਾਂ ਚੀਜ਼ਾਂ ਦਾ ਜਿਹੜੀ ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਖਲਾਅ ਪੈਦਾ ਹੋ ਰਿਹਾ ਕਾਂਗਰਸ ਤੋਂ ਬਾਅਦ, ਉਸ ਚੀਜ਼ ਨੂੰ ਭਰਨ ਦੇ ਉੱਤੇ ਵੀ ਹੋਵੇਗਾ। ਪੰਨੂ ਸਾਹਿਬ ਚੱਲਦੇ ਚੱਲਦੇ ਇੱਕ ਹੋਰ ਗੱਲ, ਬਹੁਤ ਲੰਬਾ ਸਮਾਂ ਹੋ ਗਿਆ, ਲਗਭਗ 1 ਮਹੀਨਾ ਹੋ ਗਿਆ ਰੂਸ ਤੇ ਯੂਕਰੇਨ ਦੇ ਯੁੱਧ ਚੱਲਦੇ ਨੂੰ। ਉਧਰੋਂ ਕੋਈ ਖਬਰ ਬਣਦੀ ਹੈ ਜੀ, ਕੋਈ ਮਸਲੇ ਨੂੰ ਮੁੱਕਣ ਦੇ ਆ ਰਹੇ ਨੇ ਜਾਂ ਹਾਲੇ ਡਿਜ਼ਾਸਟਰ ਜਾਰੀ ਹੈ ਜੀ? ਇਹ ਅਜੇ ਮੁੱਕਣ ਤੇ ਆ ਨਹੀਂ ਰਿਹਾ ਜੀ। ਕਿਸੇ ਨੇ ਵੈਸੇ ਨਹੀਂ ਸੀ ਸੋਚਿਆ ਕਿਉਂਕਿ ਰਸ਼ੀਆ ਬੜਾ ਪਾਵਰਫੁਲ ਹੈ ਔਰ ਜਿਹੜੀਆਂ ਵੱਡੀਆਂ ਤਾਕਤਾਂ ਦੇ ਵਿੱਚੋਂ ਇੱਕ ਹੈ। ਉਹਨੂੰ ਇਹ ਨਹੀਂ ਸੀ ਪਤਾ ਕਿ ਯੂਕਰੇਨ ਵਰਗਾ ਜਿਹੜਾ ਛੋਟਾ ਜਿਹਾ ਮੁਲਕ ਹੈ ਉਹਨੂੰ ਜਿੱਤਣ ਦੇ ਵਾਸਤੇ, ਉਹਨੂੰ ਸਰ ਕਰਨ ਦੇ ਵਾਸਤੇ ਇੰਨਾ ਲੰਬਾ ਯੁੱਧ ਉਹਨੂੰ ਲੜਨਾ ਪੈ ਜਾਊਗਾ। 1 ਮਹੀਨੇ ਦਾ ਸਮਾਂ ਬਹੁਤ ਲੰਬਾ ਸਮਾਂ ਹੁੰਦਾ। ਉਹ ਵੈਸੇ ਇਸ ਤਰ੍ਹਾਂ ਦਾ ਇੱਕ ਭੁਲੇਖਾ ਲੈ ਕੇ ਅਮਰੀਕਾ ਅਫਗਾਨਿਸਤਾਨ ਦੇ ਉੱਤੇ ਅਟੈਕ ਕਰਨ ਦੇ ਵਾਸਤੇ ਵੀ ਆਇਆ ਸੀ ਵੀ ਆਪਾਂ ਤਾਂ ਆਏ ਲਓ ਹਫ਼ਤੇ 'ਚ। ਉਹ ਕਿੰਨੇ ਸਾਲ ਫਸੇ ਰਹੇ ਉੱਥੇ ਅਫਗਾਨਿਸਤਾਨ ਦੇ ਵਿੱਚ, ਸਭ ਨੂੰ ਪਤਾ ਹੈ। ਹੁਣ ਸਵਾਲ ਇਹ ਖੜੇ ਹੋਣ ਲੱਗੇ ਕਿ ਕੀ ਰਸ਼ੀਆ ਯੂਕਰੇਨ ਦੇ ਵਿੱਚ ਫਸ ਗਿਆ ਜੀ, ਕਿ ਉਹ ਉੱਥੋਂ ਨਿਕਲ ਪਾਊਗਾ? ਉਹਦਾ ਕਿੰਨਾ ਨੁਕਸਾਨ ਹੋ ਰਿਹਾ ਇਹ ਸਭ ਦੇ ਸਾਹਮਣੇ ਆ ਬਿਨਾਂ ਕਿਸੇ ਸ਼ੱਕ ਦੇ। ਜਦੋਂ ਇੰਨਾ ਲੋਹਾ ਤੁਸੀਂ ਸੁੱਟਣਾ, ਗਰਮ ਲੋਹਾ, ਜਾਨਾਂ ਜਿਹੜੀਆਂ ਉਹ ਜਾ ਰਹੀਆਂ ਨੇ, ਯੂਕਰੇਨ ਭੰਨਿਆ ਜਾ ਰਿਹਾ ਡੇ ਬਾਈ ਡੇ। ਐਡੀ ਵੱਡੀ ਐਜੂਕੇਸ਼ਨ ਦੀ ਹੱਬ ਯੂਕਰੇਨ ਤੋੜ ਦਿੱਤਾ ਗਿਆ ਲਗਭਗ ਜੀ। ਤੇ ਇਹ ਚੱਲ ਰਿਹਾ ਕਿ ਹੁਣ ਕਿ ਰਸ਼ੀਆ ਜਿੱਤ ਵੀ ਸਕੂਗਾ ਜਾਂ ਨਹੀਂ। ਉਹ ਹੁਣ ਕਰੇ ਤਾਂ ਕੀ ਕਰੇ ਜੀ, ਪਿੱਛੇ ਕਿਵੇਂ ਮੁੜੇ? ਪਿੱਛੇ ਮੁੜਨਾ ਵੀ ਔਖਾ, ਨਹੀਂ ਤਾਂ ਅਦਰਵਾਈਜ਼ ਉਹਦੀ ਹੇਠੀ ਹੋਊਗੀ ਫਿਰ ਇਸ ਗੱਲ ਨੂੰ ਲੈ ਕੇ।
ਔਰ 1 ਮਹੀਨੇ ਤੋਂ ਜ਼ਿਆਦਾ ਚੱਲਣ ਦੇ ਬਾਵਜੂਦ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਰਸ਼ੀਆ ਜਿੱਤਣ ਦੀ ਸਥਿਤੀ ਦੇ ਵਿੱਚ ਜਿਹੜਾ ਉਹ ਹੈ, ਇਹ ਪੱਕਾ ਨਹੀਂ ਕਿਹਾ ਜਾ ਸਕਦਾ। ਯੂਕਰੇਨ ਦੇ ਖਿਲਾਫ ਜਿਵੇਂ ਜਿਵੇਂ ਜੰਗ ਲੰਬੀ ਹੁੰਦੀ ਜਾ ਰਹੀ ਹੈ, ਤਿਵੇਂ ਤਿਵੇਂ ਰਸ਼ੀਅਨ ਫੌਜ ਜਿਹੜੀ ਆ ਉਹਦੀ ਜਿਹੜੀ ਸ਼ਮਤਾ ਤੇ ਰਣਨੀਤੀ ਨੂੰ ਲੈ ਕੇ ਸਵਾਲ ਉੱਠਣ ਲੱਗੇ ਆ। ਇਹ ਕਿਹਾ ਜਾ ਰਿਹਾ ਕਿ ਬੇਸ਼ੱਕ ਰਸ਼ੀਆ ਇੱਕ ਸੁਪਰ ਪਾਵਰ ਹੈ, ਪਰ ਰੱਖਿਆ ਦੇ ਮਾਮਲੇ ਦੇ ਉੱਤੇ ਉਹ ਅਮਰੀਕਾ, ਚਾਈਨਾ ਤੇ ਭਾਰਤ ਤੋਂ ਵੀ ਪਿੱਛੇ ਆ ਜੀ। ਮਤਲਬ ਕਿ ਰੱਖਿਆ ਖਰਚਾ ਜਿਹੜਾ ਉਹਦਾ ਜਾਂ ਆਧੁਨਿਕੀਕਰਨ ਜਿਹੜਾ ਉਹ ਕਰਨਾ, ਉਸ ਮਾਮਲੇ ਦੇ ਉੱਤੇ ਉਹ ਬਹੁਤ ਪਛੜਿਆ ਹੋਇਆ। ਅਮਰੀਕਾ ਨੇ ਜਿਹੜਾ ਉਹ 49.12 ਲੱਖ ਕਰੋੜ ਰੁਪਈਆ ਆਰਮੀ ਦੇ ਉੱਤੇ ਜਿਹੜਾ ਉਹ ਖਰਚਿਆ, ਜਿਹੜਾ ਕਿ GDP ਦਾ 3.7% ਹੈ। ਚਾਈਨਾ ਨੇ 19.15 ਲੱਖ ਕਰੋੜ ਰੁਪਈਆ ਫੌਜ ਤੇ ਆਪਣੀ ਤੇ ਲਾਇਆ ਔਰ 1.7% GDP ਦਾ ਹੈ। ਭਾਰਤ ਨੇ 5.54 ਲੱਖ ਕਰੋੜ ਰੁਪਈਆ ਲਾਇਆ, ਜਿਹੜਾ ਕਿ ਉਹਦੀ GDP ਦਾ 2.9% ਹੈ। ਰਸ਼ੀਆ ਨੇ 4.68 ਲੱਖ ਕਰੋੜ ਰੁਪਈਆ ਫੌਜ ਦੇ ਉੱਤੇ ਲਾਇਆ, ਜਿਹੜਾ ਕਿ ਉਹਦੀ GDP ਦਾ 4.3% ਜਿਹੜਾ ਉਹ ਬਣਦਾ। ਯੂਕਰੇਨ ਤੋਂ ਜਿਹੜਾ ਅਸਮਾਨ ਦੀ ਜੰਗ ਹੈ ਉਹ ਵੀ ਰਸ਼ੀਆ ਤੋਂ ਨਹੀਂ ਜਿੱਤੀ ਗਈ। ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਉਹਦੇ ਕੋਲੇ ਐਸੇ ਲੜਾਕੂ ਜਹਾਜ਼ ਨੇ ਕਿ ਉਹਨੇ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਯੂਕਰੇਨ ਜਿਹੜਾ ਉਹਨੂੰ ਗੋਡਿਆਂ ਪਰ ਨਹੀਂ ਕਰ ਲੈਣਾ। ਅਜਿਹਾ ਨਹੀਂ ਹੋ ਸਕਿਆ। ਇਹਦੇ ਵਿੱਚ ਸੁਖੋਈ 30, ਸੁਖੋਈ 35, ਸੁਖੋਈ 34 ਵਰਗੇ ਫਾਈਟਰ ਪਲੇਨ ਨੇ ਅਰਬਾਂ ਡਾਲਰ ਝੋਕੇ ਗਏ ਆ। ਐਕਸਪਰਟ ਦੇ ਅਨੁਸਾਰ ਪੁਤਿਨ ਨੂੰ ਹੋਰਾਂ ਨੂੰ ਲੱਗਿਆ ਸੀਗਾ ਕਿ ਯੂਕਰੇਨ ਦੇ ਖਿਲਾਫ ਜੰਗ ਜਿੱਤਣ ਦੇ ਵਾਸਤੇ ਰਸ਼ੀਅਨ 에ਅਰ ਫੋਰਸ ਦੀ ਜ਼ਰੂਰਤ ਹੀ ਨਹੀਂ ਪੈਣੀ। ਨਾਲ ਰਸ਼ੀਆ ਇਹ ਵੀ ਨਹੀਂ ਚਾਹੁੰਦਾ ਸੀਗਾ ਕਿ ਉਹਦੇ ਜਿਹੜੇ ਜਹਾਜ਼ ਨੇ ਤੇ ਪਾਇਲਟਾਂ ਨੂੰ ਜ਼ਿਆਦਾ ਨੁਕਸਾਨ ਪਹੁੰਚੇ, ਪਰ ਅਜਿਹਾ ਨਹੀਂ ਹੋ ਸਕਿਆ। ਇਹ ਕਿੱਧਰ ਨੂੰ ਜਾਊਗੀ ਜਿਹੜੀ ਜੰਗ, ਇਹ ਬਹੁਤ ਵੱਡਾ ਸਵਾਲ ਹੈ। ਰਸ਼ੀਆ ਬਿਨਾਂ ਕਿਸੇ ਸ਼ੱਕ ਦੇ ਬਿਨਾਂ ਜਿੱਤੇ ਤਾਂ ਨਹੀਂ ਮੁੜਨ ਲੱਗਿਆ, ਜਿੱਤ ਤਾਂ ਉਹ ਲਊਗਾ, ਪਰ ਇਹ ਸਵਾਲ ਜਿਹੜਾ ਉਹ ਬਹੁਤ ਵੱਡਾ ਹੈ ਕਿ ਇੱਕ ਛੋਟੇ ਜਿਹੇ ਮੁਲਕ ਦੇ ਉੱਤੇ ਅਟੈਕ ਕਰਨ ਦੇ ਵਾਸਤੇ ਰਸ਼ੀਆ ਨੇ ਕੀ ਪਲੈਨਿੰਗ ਨਹੀਂ ਕੀਤੀ, ਉਹ ਓਵਰ ਕੌਨਫੀਡੈਂਸ ਦੇ ਵਿੱਚ ਸੀਗਾ, ਜਾਂ ਯੂਕਰੇਨ ਦੀ ਜਿਹੜੀ ਤਿਆਰੀ ਸੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੈਟੋ ਨੇ ਸਿੱਧੇ ਤੌਰ ਦੇ ਉੱਤੇ ਨਹੀਂ, ਸਿੱਧੇ ਤੌਰ ਦੇ ਉੱਤੇ ਜ਼ਰੂਰ ਕਰਵਾਈ ਸੀ। ਜੀ ਗੁਰੂ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੰਗ ਇਨਸਾਨੀਅਤ ਦੇ ਨਾਤਿਓਂ ਜਾਂ ਅਸੀਂ ਸਮਾਜ ਦੇ ਨਾਤੇ ਤੋਂ ਦੇਖੀਏ ਤੇ ਬਹੁਤ ਬੁਰੀ ਆ। ਸਾਮਰਿਕ ਦ੍ਰਿਸ਼ਟੀ ਤੋਂ, ਰਣਨੀਤਿਕ ਦ੍ਰਿਸ਼ਟੀ ਤੋਂ, ਰੂਸ ਦੇ ਨਾਟੋ ਤੋਂ ਪਰੇ ਰਹਿਣ ਦੀ ਦ੍ਰਿਸ਼ਟੀ ਤੋਂ ਦੇਖੀਏ ਤੇ ਉਹਨਾਂ ਲਈ ਉਹ ਠੀਕ ਵੀ ਜਾਪਦੀ ਆ। ਇਸੇ ਹਫ਼ਤੇ ਰੂਸ ਦੇ ਮੰਤਰੀ ਆ ਰਹੇ ਨੇ ਭਾਰਤ, ਦੇਖਦੇ ਆ ਗੱਲ ਕਿੱਧਰ ਨੂੰ ਜਾਂਦੀ ਆ। ਆਸ ਹੀ ਕੀਤੀ ਜਾ ਸਕਦੀ ਆ ਕਿ ਇਹ ਜਿਹੜੀ ਜੰਗ ਆ ਜਲਦੀ ਮੁੱਕ ਜਾਵੇ ਤੇ ਲੋਕਾਂ ਲਈ ਜਿਹੜੀ ਆ ਉਹ ਚੰਗੀ ਗੱਲ ਹੋਵੇ। ਸਾਡੇ ਤੋਂ ਬੇਸ਼ੱਕ ਜੰਗ ਦੂਰ ਹੈ, ਪਰ ਮਹਿੰਗਾਈ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਸਾਡੇ ਤੇ ਇਹ ਅਸਰ ਜ਼ਰੂਰ ਪਾਉਂਦੀ ਆ। ਪਨੂ ਸਾਹਿਬ, ਇਜਾਜ਼ਤ ਲੈਂਦੇ ਹਾਂ ਜੀ ਤੁਹਾਡੇ ਤੋਂ ਵੀ ਤੇ ਦਰਸ਼ਕਾਂ ਤੋਂ ਵੀ। ਅੱਜ ਦਾ ਵਿਚਾਰ ਚਰਚਾ ਇੰਨਾ ਸੀ। ਅਗਲੀ ਵਾਰ ਕੁਝ ਹੋਰ ਮੁੱਦਿਆਂ ਤੇ ਚਰਚਾ ਲਈ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।